ਓਵਰਡੋਜ਼ ਕਿੰਨੀ ਕੁ ਵੱਡੀ ਸਮੱਸਿਆ ਜੀ ਉਹਨਾਂ ਮੌਤਾਂ ਦੇ ਪਿੱਛੇ? ਪਿਛਲੇ 2 ਸਾਲਾਂ ਦੇ ਵਿੱਚ ਤਕਰੀਬਨ $2 ਲੱਖ ਅਸੀਂ ਜਿਹੜਾ ਡੈੱਡ ਬੋਡੀ ਦੀ ਸੇਵਾ ਸੰਭਾਲ 'ਤੇ ਖਰਚ ਕੀਤਾ। ਔਰ ਉਹਦੇ ਵਿੱਚੋਂ ਤਕਰੀਬਨ ਜਿਹੜੀਆਂ 80% ਜਿਹੜੀਆਂ ਡੈਥ ਵਾ ਜੀ, ਉਹਦਾ ਜਿਹੜਾ ਕਾਰਨ ਆ ਉਹ ਡਰੱਗ ਵਾ। ਮੈਨੂੰ ਲੱਗਦਾ ਨਹੀਂ ਜੀ ਕੰਜ਼ੰਪਸ਼ਨ ਇਸ ਲੈਵਲ 'ਤੇ ਪਹਿਲਾਂ ਸੀ, ਜਾਂ ਜੇ ਸੀਗੀ ਵੀ ਤਾਂ ਉਹ ਜਾਨਲੇਵਾ ਨਹੀਂ ਸੀ। ਔਰ ਜਿੰਨੇ ਵੀ ਗੈਂਗਸ ਹੈਗੇ ਆ, ਡਰੱਗ ਟ੍ਰੈਫਿਕਰ ਹੈਗੇ ਆ, ਦੇ ਯੂਜ਼ ਦਿਸ ਕਾਈਂਡ ਆਫ ਟੈਕਟਿਕ, ਕਿਉਂਕਿ ਪ੍ਰੋਫਿਟ ਇਹਦੇ 'ਚ ਬਹੁਤ ਜ਼ਿਆਦਾ, ਖਾਸ ਕਰ ਜੋ ਦੀ ਫੈਂਟਨਲ ਆਈ ਹੈਗੀ ਆ। ਫੈਂਟਨਲ ਚੀਪ ਡਰੱਗ ਹੈਗੀ ਆ, ਪਰ ਉਹਦੀ ਜਿਹੜੀ ਪੋਟੈਂਸੀ ਹੈਗੀ ਆ ਉਹ ਬਹੁਤ ਹਾਈ ਆ। ਇਸ ਵੇਲੇ ਡਰੱਗ ਕ੍ਰਾਈਸਿਸ ਮੁਲਕ ਭਰ ਦੇ ਵਿੱਚ ਬਣਿਆ ਹੋਇਆ। ਇਸ ਤਰ੍ਹਾਂ ਦੀਆਂ ਯੰਗ ਡੈਥਸ ਵੀ, ਹਾਰਟ ਅਟੈਕ ਕਰਕੇ ਜੀ ਮੌਤ ਹੋ ਗਈ ਨੌਜਵਾਨ ਦੀ, ਇਸ ਤਰ੍ਹਾਂ ਦੀਆਂ ਖਬਰਾਂ ਅਲੱਗ-ਅਲੱਗ ਸੂਬਿਆਂ ਤੋਂ ਸੁਣਨ ਨੂੰ ਮਿਲਦੀਆਂ ਨੇ। ਹੁਣ ਜੇ ਕਾਰ ਵੀ ਅਸੀਂ ਰੋਕਣੀ ਹੈ, ਵੀ ਨੀਡ ਟੂ ਹੈਵ ਰੀਜ਼ਨੇਬਲ ਗਰਾਊਂਡਸ, ਵੀ ਜੇ ਉਹਦੀ ਸਰਚ ਕਰਨੀ ਕਾਰ, ਇਹ ਨਹੀਂ ਕਿ ਕਾਰ ਅਸੀਂ ਟ੍ਰੈਫਿਕ ਅਫੈਂਸ ਲਈ ਰੋਕੀ ਤੇ ਸਾਨੂੰ ਸ਼ੱਕ ਹੈ ਵੀ ਡਿੱਗੀ 'ਚ ਡਰੱਗ ਹੈਗੀ ਤੇ ਚਲੋ ਵੀ ਟਰੰਕ ਖੋਲੋ ਅਸੀਂ ਚੈੱਕ ਕਰਨਾ। ਇਹ ਗੱਲ ਲੋਕਾਂ ਨੂੰ ਨਹੀਂ ਸਮਝ ਆਉਂਦੀ ਜੀ। ਇੱਥੇ ਜਿਹੜੀਆਂ ਇਹ ਮੌਤਾਂ ਹੋ ਰਹੀਆਂ ਨੇ, ਕਿ ਇਹਦੀਆਂ ਤਾਰਾਂ ਉੱਥੇ ਇਸ ਵੇਲੇ ਜੋ ਇੱਕ ਨਸ਼ੇ ਦਾ ਬਹੁਤ ਮੰਦਭਾਗਾ ਕਲਚਰ ਫੈਲਿਆ ਹੋਇਆ, ਕਿ ਉਹਦੇ ਨਾਲ ਵੀ ਇਹ ਗੱਲ ਜੁੜਦੀ ਹੈ ਜੀ। ਸਾਡੇ ਉੱਥੇ ਇੱਕ ਧਾਰਨਾ ਬਣੀ ਹੋਈ ਆ, ਜੇ ਨਿਆਣਾ ਕੋਈ ਗਲਤ ਕੰਮ ਕਰਦਾ ਵੀ ਹੈ ਤਾਂ ਆਪਾਂ ਕਹਿ ਦਿੰਦੇ ਇਹਨੂੰ ਇੱਥੋਂ ਕੱਢੋ ਤਾਂ ਸ਼ਾਇਦ ਸੁਧਰ ਜਾਊਗਾ ਜੀ। ਪਰ ਉਹਨਾਂ ਨੂੰ ਹੁਣ ਇਹ ਪਤਾ ਥੋੜ੍ਹਾ ਵੀ ਜਿਹੜੀ ਚੀਜ਼ ਇੱਥੇ ਤੁਸੀਂ ਇਹਨੂੰ ਜੇ ਚੀਜ਼ 'ਚੋਂ ਕੱਢਣਾ ਚਾਹੁੰਦੇ ਉੱਥੇ ਵੀ ਇਹ ਚੀਜ਼ ਮਿਲਣੀ ਹੈ ਜਾ ਕੇ ਇਹਨੂੰ। ਗਿਆਨੀ ਜੀ, ਪਹਿਲਾਂ ਤਾਂ ਅਸੀਂ ਪਹਿਲਾਂ ਵੀ ਗਾਹੇ ਬਗਾਹੇ ਇਸ ਬਾਰੇ ਗੱਲ ਕਰਦੇ ਰਹੇ ਹਾਂ ਜੀ, ਕਿ ਜਿਨ੍ਹਾਂ ਨੌਜਵਾਨਾਂ ਦੀ ਇੱਥੇ ਮੌਤ ਹੋ ਜਾਂਦੀ ਆ, ਗੁਰਦੁਆਰਾ ਸਾਹਿਬ ਵੱਲੋਂ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੱਲੋਂ ਬੀਤੇ ਸਾਲਾਂ ਦੇ ਵਿੱਚ ਮਦਦ ਮੁਹੱਈਆ ਕਰਵਾਈ ਗਈ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਵਾਸਤੇ। ਥੋੜ੍ਹਾ ਦੱਸੋ ਜੀ ਕਿ ਜਦੋਂ ਕੁਝ ਰਿਪੋਰਟਾਂ ਆਉਂਦੀਆਂ ਨੇ, ਅਫਕੋਰਸ ਜਿਹੜੇ ਪਰਿਵਾਰ ਦਾ ਜੀਅ ਤੁਰ ਗਿਆ ਉਹਨਾਂ ਵਾਸਤੇ ਤਾਂ ਅਜਿਹਾ ਪਹਾੜ ਟੁੱਟ ਗਿਆ ਗਮ ਦਾ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਉਹ ਦੁੱਖ ਹੰਢਾਉਣਾ। ਪ੍ਰਾਈਵੇਸੀ ਦਾ ਵੀ ਇਸ਼ੂ ਹੈ। ਪਰ ਜੇ ਇੱਕ ਅੰਕੜਿਆਂ ਦੇ ਆਧਾਰ 'ਤੇ ਗੱਲ ਕਰੀਏ, ਕਿਸੇ ਸਪੈਸੀਫਿਕ ਕੇਸ ਦੀ ਗੱਲ ਜੇ ਨਾ ਕਰੀਏ, ਓਵਰਡੋਜ਼ ਕਿੰਨੀ ਕੁ ਵੱਡੀ ਸਮੱਸਿਆ ਜੀ ਉਹਨਾਂ ਮੌਤਾਂ ਦੇ ਪਿੱਛੇ? ਜੇ ਇਹਨੂੰ ਆਪਾਂ ਅੰਕੜਿਆਂ ਦੇ ਹਿਸਾਬ ਨਾਲ ਲਈਏ ਜੀ, ਮੈਂ ਤੁਹਾਨੂੰ ਇਹ ਦੱਸ ਸਕਦਾ, ਮੈਂ ਏਮ ਨਹੀਂ ਤੁਹਾਨੂੰ ਕਹਿੰਦਾ ਵੀ ਮੈਂ ਕਿੰਨੇ ਕੇਸ ਕੀਤੇ ਅੱਜ ਤੱਕ, ਪਰ ਜਿਹੜਾ ਸਾਡਾ ਅੰਕੜਾ ਵੀ ਪਿਛਲੇ 2 ਸਾਲਾਂ ਦੇ ਵਿੱਚ ਤਕਰੀਬਨ $2 ਲੱਖ ਅਸੀਂ ਜਿਹੜਾ ਡੈੱਡ ਬੋਡੀ ਦੀ ਸੇਵਾ ਸੰਭਾਲ 'ਤੇ ਖਰਚ ਕੀਤਾ। ਔਰ ਉਹਦੇ ਵਿੱਚੋਂ ਤਕਰੀਬਨ ਜਿਹੜੀਆਂ 80% ਜਿਹੜੀਆਂ ਡੈਥ ਵਾ ਜੀ, ਉਹਦਾ ਜਿਹੜਾ ਕਾਰਨ ਆ ਉਹ ਡਰੱਗ ਵਾ। 80%। ਔਰ ਉਹਦੇ ਵਿੱਚੋਂ ਤੁਸੀਂ ਕਹਿ ਲਓ ਵੀ 20% ਕੋਈ ਹੋਰ ਇਸ਼ੂ ਹੋ ਸਕਦੇ ਆ, ਜਿਵੇਂ ਪਹਿਲਾਂ ਪਾਣੀ 'ਚ ਡੁੱਬਣ ਨਾਲ ਕੁਛ ਕੁ ਮੌਤਾਂ ਹੋਈਆਂ ਜਾਂ ਕਿਸੇ ਦੀ ਕੋਈ ਐਕਸੀਡੈਂਟ ਹੋ ਗਿਆ। ਇਹ ਜਿਹੜਾ ਰੇਸ਼ੋ ਆ ਤਕਰੀਬਨ 20% ਆ, ਪਰ ਜਿਹੜਾ 80% ਇਹਦੇ ਵਿੱਚ ਇਨਵੋਲਵਮੈਂਟ ਆ ਉਹ ਡਰੱਗ ਦੀ ਆ। ਭਾਵੇਂ ਕਿ ਅੱਜ ਦੀ ਤਰੀਕ ਦੇ ਵਿੱਚ ਜਦੋਂ ਸਾਡੇ ਕੋਲ ਕੋਈ ਕੇਸ ਆਉਂਦਾ ਵਾ, ਜਦੋਂ ਉਹਨਾਂ ਦੇ ਕੋਈ ਫਰੈਂਡਸ਼ਿਪ ਜਾਂ ਕੋਈ ਆਸੇ ਪਾਸੋਂ ਜਿਹੜੇ ਬੰਦੇ ਸਾਡੇ ਕੋਲ ਆਉਂਦੇ ਆ ਵੀ ਇਸ ਤਰੀਕੇ ਨਾਲ ਡੈਥ ਹੋ ਗਈ, ਜਦੋਂ ਉਹਨਾਂ ਨੂੰ ਪੁੱਛੀਦਾ ਵੀ ਹੋਇਆ ਕੀ ਆ, ਅਤੇ ਉਹ ਸਾਨੂੰ ਕਹਿੰਦੇ ਆ ਜੀ ਵੀ ਉਹਨੂੰ ਹਾਰਟ ਅਟੈਕ ਹੋ ਗਿਆ ਜੀ, ਹੈ ਨਾ ਜੀ। ਪਰ ਜਿਹੜਾ ਹਾਰਟ ਅਟੈਕ ਹੋ ਰਿਹਾ ਵਾ, ਜਦੋਂ ਉਹਦੇ ਪਿੱਛੋਂ, ਕਿਉਂਕਿ ਮੈਨੂੰ ਉਹਦਾ ਤਾਂ ਜ਼ਿਆਦਾ ਪਤਾ ਲੱਗ ਜਾਂਦਾ ਕਿਉਂਕਿ ਜਿਹੜੇ ਕੇਸ ਅਸੀਂ ਕਰਦੇ ਹਾਂ, ਹਾਂਜੀ, ਤਕਰੀਬਨ ਉਹਦੀ ਜਿਹੜੀ ਪਾਵਰ ਅਟਾਰਨੀ ਹੁੰਦੀ ਆ, ਜਿਨ੍ਹਾਂ ਦਾ ਇੱਥੇ ਕੋਈ ਨਹੀਂ ਹੈਗਾ, ਉਹਨਾਂ ਦੇ ਪੇਰੈਂਟਸ ਨੂੰ ਆ ਪਾਵਰ ਅਟਾਰਨੀ ਭੇਜਣੀ ਪੈਂਦੀ ਆ, ਤਾਂ ਉਹ ਪਾਵਰ ਅਟਾਰਨੀ ਮੇਰੇ ਨਾਂ 'ਤੇ ਆਉਂਦੀ ਆ। ਅੱਛਾ ਜੀ। ਅਤੇ ਜਦੋਂ ਡੈੱਡ ਬੋਡੀ ਨੂੰ ਆਪਾਂ ਇੰਡੀਆ ਭੇਜਣਾ ਵਾ, ਅਤੇ ਉਹਦੇ ਲਈ ਇੱਕ ਜ਼ਰੂਰੀ ਆ ਵੀ ਜਿਹੜਾ ਕੌਂਸਲੇਟ ਤੋਂ ਪਹਿਲਾਂ ਉਹਦੀ ਪਰਮਿਸ਼ਨ ਲੈਣੀ ਪੈਂਦੀ ਆ, ਅਤੇ ਜਿੰਨਾ ਚਿਰ ਕੋਰਨਰ ਦੀ ਰਿਪੋਰਟ ਦੱਸਦੀ ਨਹੀਂ ਵੀ ਇਹਦਾ ਕਾਜ਼ ਜਿਹੜਾ ਡੈਥ ਦਾ ਕਾਰਨ ਕੀ ਸੀਗਾ, ਉਹਨਾਂ ਚਿਰ ਜਿਹੜਾ ਵਾ ਜਿਹੜੀ ਜਨਰਲ ਕੌਂਸਲੇਟ ਆ ਉਹਨਾਂ ਤੋਂ ਸਾਨੂੰ ਪਰਮਿਸ਼ਨ ਨਹੀਂ ਮਿਲਦੀ ਉਹਦੀ ਸੀਟ ਬੁੱਕ ਉਹਦੀ ਫਲਾਈਟ ਬੁੱਕ ਕਰਨ ਵਾਸਤੇ ਜੀ। ਅਤੇ ਜਦੋਂ ਉਹ ਰਿਪੋਰਟ ਆਉਂਦੀ ਆ ਅਤੇ ਉਹਦੇ ਵਿੱਚ ਇਹ ਫਿਰ ਕਲੀਅਰ ਹੁੰਦਾ ਵੀ ਜਿਹੜਾ ਈਵਨ ਭਾਵੇਂ ਉਹ ਆਪਣਾ ਹਾਰਟ ਅਟੈਕ ਸੀਗਾ, ਪਰ ਉਹਦਾ ਜਿਹੜਾ ਅਸਲੀ ਕਾਰਨ ਆ ਉਹ ਤਾਂ ਡਰੱਗ ਵਾ। ਜੈ ਖੋਸਾ ਜੀ, ਤੁਸੀਂ ਬਹੁਤ ਲੰਬੇ ਸਮੇਂ ਤੋਂ ਪੁਲਿਸਿੰਗ ਦੇ ਵਿੱਚੋਂ, ਪਹਿਲਾਂ ਨਾ ਸਮੱਸਿਆ ਤੁਸੀਂ ਇਹ 'ਤੇ ਜ਼ਿਆਦਾ ਰੋਸ਼ਨੀ ਪਾ ਸਕਦੇ ਹੋ। ਪਹਿਲਾਂ ਸਮੱਸਿਆ ਇਹ ਸੀ ਕਿ ਜਿਹੜੇ ਸਾਡੇ ਕਮਿਊਨਿਟੀ ਦੇ ਵਿੱਚ ਬਹੁਤ ਯੂਥ ਸੀ, ਉਹ ਗੈਂਗਸ ਦੇ ਵਿੱਚ ਇਨਵੋਲਵਡ ਸੀ, ਉਹ ਇਹਨਾਂ ਡਰੱਗਸ ਨੂੰ ਅੱਗੇ ਡਿਸਟਰੀਬਿਊਟ ਕਰਨ ਦੇ ਵਿੱਚ, ਇਹਦੀ ਸਮਗਲਿੰਗ ਦੇ ਵਿੱਚ, ਉਹਦੇ ਵਿੱਚ ਇਨਵੋਲਵ ਸੀ। ਉਹ ਸਮੱਸਿਆ ਅਨਫੋਰਚੂਨੇਟਲੀ ਅਜੇ ਵੀ ਬਣੀ ਹੋਈ ਆ। ਮੈਨੂੰ ਲੱਗਦਾ ਨਹੀਂ ਜੀ ਕੰਜ਼ੰਪਸ਼ਨ ਇਸ ਲੈਵਲ 'ਤੇ ਪਹਿਲਾਂ ਸੀ, ਜਾਂ ਜੇ ਸੀਗੀ ਵੀ ਤਾਂ ਉਹ ਜਾਨਲੇਵਾ ਨਹੀਂ ਸੀ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਐਜ਼ ਐਨ ਐਕਸਪੀਰੀਅੰਸ ਪੁਲਿਸ ਆਫਿਸਰ, ਜਿਹਨੇ ਬੜੇ ਨੇੜਿਓਂ ਕੰਮ ਕੀਤਾ ਇਸ ਚੀਜ਼ ਦੇ ਵਿੱਚ? ਦੇਖੋ, ਇਹਨਾਂ ਨੇ ਗਿਆਨੀ ਜੀ ਨੇ ਬੜਾ ਵਧੀਆ ਇੱਕ ਪੁਆਇੰਟ ਚੱਕਿਆ ਕਿ ਉਹਨੂੰ ਇੱਕ ਹਾਰਟ ਅਟੈਕ ਦਾ ਨਾਮ ਦਿੱਤਾ ਜਾਂਦਾ,
ਹੋ ਸਕਦਾ ਕਈ ਕੇਸਿਸ ਦੇ ਵਿੱਚ ਉਹੀ ਹੋਵੇ ਕਾਰਨ, ਪਰ ਜਿਵੇਂ ਦੱਸ ਰਹੇ ਕਿ 80% ਕਾਰਨ ਡਰੱਗਸ ਦਾ ਸੀਗਾ। ਸੋ ਸਟਿਗਮਾ ਇੱਕ ਤਾਂ ਬਹੁਤ ਵੱਡੀ ਚੀਜ਼ ਹੈਗੀ ਆ ਜੀ, ਜਦੋਂ ਆਪਾਂ ਦੱਸਦੇ ਨਹੀਂ ਕਿਸੇ ਨੂੰ ਵੀ ਅੰਦਰੋਂ ਕੀ ਪ੍ਰੋਬਲਮ ਚੱਲ ਰਹੀ ਹੈ। ਔਰ ਜਿੰਨੇ ਵੀ ਗੈਂਗਸ ਹੈਗੇ ਆ, ਡਰੱਗ ਟ੍ਰੈਫਿਕਰ ਹੈਗੇ ਆ, ਦੇ ਯੂਜ਼ ਦਿਸ ਕਾਈਂਡ ਆਫ ਟੈਕਟਿਕ, ਕਿਉਂਕਿ ਪ੍ਰੋਫਿਟ ਇਹਦੇ 'ਚ ਬਹੁਤ ਜ਼ਿਆਦਾ, ਖਾਸ ਕਰ ਜੋ ਦੀ ਫੈਂਟਨਲ ਆਈ ਹੈਗੀ ਹੈ। ਫੈਂਟਨਲ ਚੀਪ ਡਰੱਗ ਹੈਗੀ ਆ, ਪਰ ਉਹਦੀ ਜਿਹੜੀ ਪੋਟੈਂਸੀ ਹੈਗੀ ਆ ਉਹ ਬਹੁਤ ਹਾਈ ਆ ਜੀ। ਸੋ ਜਿਹੜੇ ਡਰੱਗ ਯੂਜ਼ਰ ਹੈਗੇ ਆ, ਚਾਹੇ ਉਹ ਹੈਰੋਇਨ ਦੇ ਹੋਣ, ਕੋਕੇਨ ਦੇ ਹੋਣ, MDMA ਕਿਸੇ ਵੀ ਕਿਸਮ ਦੇ ਹੋਣ, ਉਹਨਾਂ ਨੂੰ ਫਿਰ ਜਦੋਂ ਇਹ ਮਿਲਾਵਟ ਕਰਕੇ ਦਿੰਦੇ ਫੈਂਟਨਲ ਦੇ ਵਿੱਚ ਜੀ, ਉਹਨਾਂ ਦਾ ਪ੍ਰੋਫਿਟ ਮਾਰਜਨ ਕਾਫੀ ਵੱਧਦਾ। ਰਾਈਟ, ਕਰੈਕਟ, ਕਿਉਂਕਿ ਘੱਟ ਮਟੀਰੀਅਲ ਨਾਲ ਤੁਸੀਂ ਐਬਸੋਲੂਟਲੀ ਜ਼ਿਆਦਾ ਲੋਕਾਂ ਨੂੰ ਉਹ ਮਟੀਰੀਅਲ ਦੇ ਸਕਦੇ ਹੋ, ਕਿਉਂਕਿ ਉਹਦੀ ਪਿਓਰਿਟੀ ਜਿਹੜੀ ਉਹ ਨਹੀਂ ਰਹਿੰਦੀ, ਹੈਰੋਇਨ ਦੀ ਸੇਮ ਨਹੀਂ ਹੈਗੀ, ਫਿਰ ਉਹ ਫੈਂਟਨਲ ਜ਼ਿਆਦਾ ਹੋਊਗੀ ਉਹਦੇ 'ਚ। ਔਰ ਇਹ ਪ੍ਰੋਫਿਟ ਮਾਰਜਨ ਜਿਹੜੀ ਇਹ ਮਾਰਕੀਟ ਜਿਹੜੀ ਡਰਾਈਵ ਕਰਦੀ ਹੈ, ਔਰ ਦੇ ਪ੍ਰਾਈ ਔਨ ਪੀਪਲ ਹੂ ਆਰ ਸਫਰਿੰਗ। ਸੋ ਜਿਹੜੇ ਲੋਕ ਸਫਰ ਕਰ ਰਹੇ ਆ ਕਿਸੇ ਟਰਾਮਾ ਕਰਕੇ ਕਰ ਰਹੇ ਆ, ਹੁਣ ਕਈ ਇਹ ਵੀ ਗੱਲਾਂ ਦੇਖਣ ਚਾਹੀਆਂ ਕਿ ਕੋਵਿਡ ਦੌਰਾਨ ਵੀ ਕਾਫੀ ਸਪਾਈਕ ਹੋਈ ਸੀ ਇਸ ਗੱਲ ਦੀ। ਜੀ, ਆਈਸੋਲੇਸ਼ਨ ਇਜ਼ ਅਨਦਰ ਫੈਕਟਰ। ਜੀ, ਬਾਕੀ ਇਕਨੋਮਿਕ ਰੀਜ਼ਨ ਹੋ ਸਕਦੇ ਆ ਕਿ ਬੰਦਾ ਇੱਥੇ ਆਉਂਦਾ ਸਟ੍ਰੈਸ ਦੇ ਦੌਰਾਨ ਉਹਨੂੰ ਉਧਰਲੇ ਪਾਸੇ ਲਾਉਂਦੇ ਆ ਜੀ, ਆਪਣੇ ਪ੍ਰੋਫਿਟ ਕਰਕੇ। ਸੋ ਜਿਹੜੀ ਗੈਂਗਸ ਤੇ ਜਿਹੜੀ ਡਰੱਗਸ ਦੀ ਗੱਲ ਆ, ਇਹ ਗੋਜ਼ ਹੈਂਡ ਇਨ ਹੈਂਡ। ਜੇ ਆਮ ਤੌਰ 'ਤੇ ਜੀ ਇਸ ਡਿਸਕਸ਼ਨ ਦੇ ਵਿੱਚ ਜਦੋਂ ਵੀ ਗੱਲ ਆਉਂਦੀ ਆ, ਜਦੋਂ ਕਦੇ ਵੀ ਡਰੱਗਸ ਮਤਲਬ ਕ੍ਰਾਈਮ ਹੈ ਤਾਂ ਫਿਰ ਗੱਲ ਪੁਲਿਸਿੰਗ 'ਤੇ ਆ ਜਾਂਦੀ ਆ। ਐਂਡ ਇਹ ਸਮੱਸਿਆ ਕੋਈ ਇਹ ਨਹੀਂ ਹੈ ਕਿ ਕਿਸੇ ਇੱਕੋ ਸ਼ਹਿਰ ਤੱਕ ਮਹਿਦੂਦ ਆ ਜਾਂ ਕਿਸੇ ਇੱਕ ਸੂਬੇ ਤੱਕ ਮਹਿਦੂਦ ਆ। ਬ੍ਰਿਟਿਸ਼ ਕੋਲੰਬੀਆ ਅਨਫੋਰਚੂਨੇਟਲੀ ਆਈ ਥਿੰਕ ਰਿਸੀਵਿੰਗ ਐਂਡ 'ਤੇ ਇਸ ਕਰਕੇ ਹੁੰਦਾ ਵੀ ਸਾਡਾ ਪੋਰਟ ਹੈ ਇੱਥੇ। ਉਸ ਤੋਂ ਬਾਅਦ ਅੱਗਿਓਂ ਫੈਲਦੀ ਸਮੱਸਿਆ ਇਹ ਇਸ ਵੇਲੇ ਡਰੱਗ ਕ੍ਰਾਈਸਿਸ ਮੁਲਕ ਭਰ ਦੇ ਵਿੱਚ ਬਣਿਆ ਹੋਇਆ। ਇਸ ਤਰ੍ਹਾਂ ਦੀਆਂ ਯੰਗ ਡੈਥਸ ਵੀ, ਹਾਰਟ ਅਟੈਕ ਕਰਕੇ ਜੀ ਮੌਤ ਹੋ ਗਈ ਨੌਜਵਾਨ ਦੀ, ਇਹ ਇਸ ਤਰ੍ਹਾਂ ਦੀਆਂ ਖਬਰਾਂ ਅਲੱਗ-ਅਲੱਗ ਸੂਬਿਆਂ ਤੋਂ ਸੁਣਨ ਨੂੰ ਮਿਲਦੀਆਂ ਨੇ। ਜਦੋਂ ਫਿਰ ਪੁਲਿਸਿੰਗ ਦੇ ਉੱਪਰ ਸਵਾਲ ਇਹਦੇ ਨਾਲ ਉੱਠਦਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਕਾਜ਼ ਜਿੰਨੇ ਪੁਲਿਸ ਆਫਿਸਰਸ ਨਾਲ ਤੁਸੀਂ ਗੱਲ ਕਰੋ, ਹਰ ਕੋਈ ਵਿਅਕਤੀ ਪੁਲਿਸਿੰਗ ਦੇ ਵਿੱਚ ਤਾਂ ਇਸ ਕਰਕੇ ਆਇਆ ਕਿ ਜੀ ਅਸੀਂ ਤਾਂ ਜਿਹੜੀਆਂ ਖਾਮੀਆਂ ਨੇ ਉਹ ਸੋਲਵ ਕਰਨੀਆਂ ਨੇ, ਕਿਉਂਕਿ ਅਸੀਂ ਉਹਨਾਂ ਨੂੰ ਬਿਹਤਰ ਕਰਨਾ ਚਾਹੁੰਦੇ ਹਾਂ। ਵੀ ਵਾਂਟ ਟੂ ਬਿਲਡ ਅ ਬੈਟਰ ਸੋਸਾਇਟੀ। ਹਰ ਪੁਲਿਸ ਆਫਿਸਰ ਇਸ ਮਕਸਦ ਦੇ ਨਾਲ ਫੋਰਸ ਜੁਆਇਨ ਕਰਦਾ। ਫਿਰ ਕੀ ਕਾਨੂੰਨ ਦੇ ਵਿੱਚ ਜਿਹੜੀਆਂ ਤੁਹਾਨੂੰ ਕੁਝ ਪ੍ਰੋਵੀਜ਼ਨਸ ਨੇ ਉੱਥੇ ਇਹ ਖਾਮੀ ਆ, ਜਾਂ ਫਿਰ ਜਿਹੜੀਆਂ ਹੋਰ ਬਾਕੀ ਦੀਆਂ ਐਨਫੋਰਸਮੈਂਟ ਆ ਜਿਹੜੀ ਪੁਲਿਸ ਜੁਰਿਸਡਿਕਸ਼ਨਲ ਪੁਲਿਸ ਦੇ ਹੱਥਾਂ ਤੋਂ ਬਾਹਰ ਹੈ, ਉੱਥੇ ਗੱਲ ਆ ਕੇ ਰੁਕ ਜਾਂਦੀ ਹੈ? ਦੇਖੋ, ਇਹ ਦੋ ਇਹਦੀਆਂ ਸਟਰੀਮਸ ਹੈਗੀਆਂ ਜੀ। ਇੱਕ ਤਾਂ ਯੂਜ਼ਰ ਸਟਰੀਮ ਹੋ ਗਈ, ਉੱਥੇ ਜਿਹੜਾ ਕੰਮ ਹੋ ਰਿਹਾ ਹਾਰਮ ਰਿਡਕਸ਼ਨ ਤੇ ਹੋ ਰਿਹਾ ਜੀ। ਇੱਕ ਜੋ ਯੂਜ਼ ਕਰ ਰਿਹਾ ਡਰੱਗਸ ਨੂੰ, ਆਲਰੇਡੀ ਇੱਕ ਬਹੁਤ ਵੱਡੇ ਮਸਲੇ 'ਚੋਂ ਨਿਕਲ ਰਿਹਾ ਹੁੰਦਾ ਇਨਸਾਨ। ਰਾਈਟ। ਉਹਨੂੰ ਕ੍ਰਿਮੀਨਲਾਈਜ਼ ਕਰਕੇ, ਉਹਨੂੰ ਪਨਿਸ਼ ਕਰਕੇ ਕੁਛ ਨਹੀਂ ਨਿਕਲਣਾ। ਦੂਸਰਾ ਪਾਸਾ ਆ ਜਾਂਦਾ ਕਿ ਉਹਨਾਂ ਲੋਕਾਂ ਦਾ ਜਿਹੜੇ ਟ੍ਰੈਫਿਕ ਕਰਦੇ ਡਰੱਗਸ, ਜੀ, ਉਹਨਾਂ ਨੂੰ ਫੜਨ ਲਈ, ਜੇਲ੍ਹਾਂ 'ਚ ਕਰਨ ਲਈ ਹਰੇਕ ਪੁਲਿਸ ਆਫਿਸਰ ਜਿਹੜਾ ਚਾਹੁੰਦਾ ਕਿ ਹੋਵੇ। ਜੀ। ਪਰ ਵੀ ਕੈਨ ਓਨਲੀ ਵਰਕ ਵਿਦਨ ਦਾ ਪੈਰਾਮੀਟਰਸ ਆਫ ਲਾਅ। ਜੀ। ਹੁਣ ਜੇ ਕਾਰ ਵੀ ਅਸੀਂ ਰੋਕਣੀ ਹੈ, ਵੀ ਨੀਡ ਟੂ ਹੈਵ ਰੀਜ਼ਨੇਬਲ ਗਰਾਊਂਡਸ, ਵੀ ਜੇ ਉਹਦੀ ਸਰਚ ਕਰਨੀ ਕਾਰ, ਇਹ ਨਹੀਂ ਕਿ ਕਾਰ ਅਸੀਂ ਟ੍ਰੈਫਿਕ ਅਫੈਂਸ ਲਈ ਰੋਕੀ ਤੇ ਸਾਨੂੰ ਸ਼ੱਕ ਹੈ ਵੀ ਡਿੱਗੀ 'ਚ ਡਰੱਗ ਹੈਗੀ ਤੇ ਚਲੋ ਵੀ ਟਰੰਕ ਖੋਲੋ ਅਸੀਂ ਚੈੱਕ ਕਰਨਾ। ਇਹ ਗੱਲ ਲੋਕਾਂ ਨੂੰ ਨਹੀਂ ਸਮਝ ਆਉਂਦੀ ਜੀ ਕਿ ਜੇ ਵਿਅਕਤੀ ਰੋਕ ਹੀ ਲਿਆ ਤੇ ਜੇ ਪੁਲਿਸ ਨੂੰ ਇਸ ਗੱਲ ਦਾ ਸ਼ੱਕ ਪੈਂਦਾ, ਭਿਣਕ ਪੈਂਦੀ ਹੈ ਵੀ ਕੁਛ ਨਾ ਕੁਛ ਹੋ ਸਕਦਾ, ਤਾਂ ਫਿਰ ਉਹਦੇ ਵਿੱਚ ਜਿਹੜਾ ਇੱਕ ਲੀਗਲ ਫਰੇਮਵਰਕ ਇਹੋ ਜਿਹਾ ਕਿ ਜੇ ਕਿਤੇ ਕੋਈ ਮਿਸਟੈਪ ਹੋ ਗਿਆ ਤਾਂ ਉਹ ਫਿਰ ਇਨਐਡਮਿਸਿਬਲ ਐਵੀਡੈਂਸ ਬਣ ਜਾਂਦਾ। ਉਹ ਬਹੁਤ ਵਾਰੀ ਕੇਸਿਸ ਦੇ ਵਿੱਚ ਜਿੱਥੇ ਫਿਜ਼ੀਕਲ ਐਵੀਡੈਂਸ ਸੀਗਾ, 25-25 ਕਿਲੋ ਕੋਕੇਨ ਫੜੀ ਗਈ। ਹਾਂਜੀ। ਪਰ ਉਹ ਇਸ ਕਰਕੇ ਛੁੱਟ ਗਏ ਬੰਦੇ ਟੈਕਨੀਕੈਲਿਟੀ ਤੇ, ਬਿਕਾਜ਼ ਜੀ ਪੁਲਿਸ ਨੇ ਉਹਨੂੰ ਚਾਰਟਰ ਕੌਸ਼ਨ ਰਾਈਟਸ ਜਿਹੜੇ ਪ੍ਰੋਪਰਲੀ ਨਹੀਂ ਦਿੱਤੇ, ਜਾਂ ਉਹਨੂੰ ਕਾਉਂਸਲ ਨੂੰ ਫੋਨ ਕਰਨ, ਉਹਦੇ ਵਕੀਲ ਨੂੰ ਫੋਨ ਕਰਨ ਲਈ ਛੇਤੀ ਫੋਨ ਨਹੀਂ ਦਿੱਤਾ। ਸੋ ਇਹ ਸਾਰੀਆਂ ਆਪਣੇ ਸੰਵਿਧਾਨ ਦੇ ਵਿੱਚ ਚੀਜ਼ਾਂ ਲਿਖੀਆਂ ਹੋਈਆਂ, ਐਂਡ ਪੁਲਿਸ ਆਫਿਸਰ ਦਾ ਕੰਮ ਹੈਗਾ ਉਹਨਾਂ ਨੂੰ ਫੋਲੋ ਕਰਨਾ। ਵੀ ਕੈਨ ਬ੍ਰੇਕ ਦ ਲਾਅ, ਆਫ ਕੋਰਸ, ਰਾਈਟ। ਸੋ ਸਿਰਫ ਸ਼ੱਕ ਦੇ ਬਿਨਾਂ ਤੇ, ਕਿਉਂਕਿ ਇੱਕ ਸਿਸਟਮ ਬਣਾਇਆ ਤੇ ਇਸ ਕਰਕੇ ਗਿਆ ਸੀ ਕਿ ਇਨੋਸੈਂਟ ਬੰਦਾ ਜਿਹੜਾ ਹੈਗਾ ਉਹ ਕਨਵਿਕਟ ਨਾ ਹੋਵੇ ਜਾਂ ਫੜਿਆ ਨਾ ਜਾਵੇ। ਸੋ ਉਹਨੂੰ ਪ੍ਰੋਟੈਕਟ ਕਰਨ ਲਈ, ਇੱਕ ਇਨੋਸੈਂਟ ਇਨਸਾਨ ਨੂੰ ਪ੍ਰੋਟੈਕਟ ਕਰਨ ਲਈ ਇਹ ਲਾਅ ਬਣਾਏ ਹੋਏ ਸਾਰੇ। ਸੋ ਜਿਹੜਾ ਚਾਰਟਰ ਆਫ ਰਾਈਟਸ ਹੈਗਾ ਇਹ ਬਹੁਤ ਵਧੀਆ ਚੀਜ਼ ਹੈ। ਪਰ ਦੂਜੇ ਪਾਸੇ ਜਦੋਂ ਦੇਖਦੇ ਹਾਂ ਆਪਾਂ, ਜਿਵੇਂ ਮੈਂ ਗੱਲ ਕੀਤੀ ਕਿ ਜੇ ਅਸੀਂ ਟ੍ਰੈਫਿਕ ਅਫੈਂਸ ਲਈ ਕਾਰ ਰੋਕਦੇ ਹਾਂ ਕੋਈ, ਇਹ ਨਹੀਂ ਵੀ ਮੈਂ ਹੁਣ ਉਹਦੀ ਟਰੰਕ ਖਲਵਾ ਲਾ ਵੀ ਮੈਨੂੰ ਸ਼ੱਕ ਹੈ ਤੇਰੇ ਤੇ ਵੀ ਡਰੱਗ ਤੇਰੇ ਕੋਲ ਹੈਗੀ ਤੇ ਖੋਲ ਕੇ ਦਿਖਾ। ਈਵਨ ਇਫ ਜੇ ਸਮੈਲ ਆਉਂਦੀ ਹੋਵੇ ਤਾਂ ਹਾਂ, ਤੁਹਾਡੇ ਕੋਲ ਐਵੀਡੈਂਸ ਕੋਈ ਰੀਜ਼ਨੇਬਲ ਗਰਾਊਂਡਸ, ਕੋਈ ਯੂ ਹੈਵ ਟੂ ਬਿਲਡ ਯੂਰ ਕੇਸ, ਐਂਡ ਉਹਦੇ 'ਚ ਬਹੁਤ ਜ਼ਿਆਦਾ ਟੈਕਨੀਕੈਲਿਟੀਜ਼ ਹੁੰਦੀਆਂ। ਈਵਨ ਟੂ ਦ ਪੁਆਇੰਟ ਵੀ ਤੁਸੀਂ ਟ੍ਰੈਫਿਕ ਲਈ ਰੋਕੀ ਤਾਂ ਯੂ ਹੈਵ ਟੂ ਕੰਕਲੂਡ ਯੂਰ ਫਰਸਟ ਟ੍ਰੈਫਿਕ ਇਨਫਰੈਕਸ਼ਨ ਜਿਹੜੀ ਉਹ ਕੰਕਲੂਡ ਕਰਨੀ ਪੈਣੀ ਤੁਹਾਨੂੰ। ਸੋ ਇਸੇ ਕਰਕੇ ਜਿਹੜਾ ਹੁਣ ਜਿਹੜੀ ਪ੍ਰੋਲੀਫਰੇਸ਼ਨ ਆਫ ਡਰੱਗਸ ਹੈਗੀ ਆ, ਕਿਉਂਕਿ ਦਿਸ ਇਜ਼ ਪ੍ਰੋਬਬਲੀ ਵਨ ਆਫ ਦ ਰੀਜ਼ਨਸ ਕਿ ਜਿਹੜਾ ਉਹ ਲਾਅ ਦਾ ਫਰੇਮਵਰਕ ਆ ਉਹਨੇ ਇੰਨਾ ਟਾਈਟਲੀ ਬਾਉਂਡ ਕੀਤਾ ਹੋਇਆ ਐਨਫੋਰਸਮੈਂਟ ਆਫਿਸਰਸ ਨੂੰ ਵੀ ਉਹ ਕਰਨ ਤੇ ਕੀ ਕਰਨ। ਜਦੋਂ ਤੁਸੀਂ ਗਿਆਨੀ ਜੀ, ਮੈਂ ਪਹਿਲਾਂ ਤੁਹਾਨੂੰ ਪੁੱਛਣਾ ਚਾਹਾਂਗਾ, ਜਦ ਤੁਸੀਂ ਦੇਖਦੇ ਹੋ ਬੱਚਿਆਂ ਨਾਲ, ਕਿਉਂਕਿ ਤੁਸੀਂ ਬੜਾ ਕਲੋਜ਼ਲੀ ਇੰਟਰੈਕਟ ਕਰਦੇ ਹੋ, ਜਿਹੜੇ ਨਵੇਂ ਸਟੂਡੈਂਟਸ ਵੀ ਆਉਂਦੇ ਨੇ, ਨਵੇਂ ਬੱਚੇ ਆਉਂਦੇ ਨੇ, ਕੀ ਕਿਤੇ ਇਸ ਤਰ੍ਹਾਂ ਦਾ ਵੀ ਸੰਕੇਤ ਮਿਲਦਾ ਵੀ ਬਹੁਤ ਵੱਡੀ ਗਿਣਤੀ 'ਚ
ਮਾਪੇ ਇਹ ਸੋਚ ਕੇ ਬੱਚਿਆਂ ਨੂੰ ਇੱਥੇ ਭੇਜ ਦਿੰਦੇ ਨੇ, ਹੋ ਸਕਦਾ ਕਿਸੇ ਦੀ ਪਹਿਲਾਂ ਤੋਂ ਹੀ ਇੰਡੀਆ ਦੇ ਵਿੱਚ ਵੀ, ਕਿਉਂਕਿ ਪੰਜਾਬ 'ਚ ਵੀ ਅਨਫੋਰਚੂਨੇਟਲੀ ਨਸ਼ਾ ਬਹੁਤ ਫੈਲਿਆ ਹੋਇਆ, ਇੱਥੇ ਜਿਹੜੀਆਂ ਇਹ ਮੌਤਾਂ ਹੋ ਰਹੀਆਂ ਨੇ, ਕਿ ਇਹਦੀਆਂ ਤਾਰਾਂ ਉੱਥੇ ਇਸ ਵੇਲੇ ਜੋ ਇੱਕ ਨਸ਼ੇ ਦਾ ਬਹੁਤ ਮੰਦਭਾਗਾ ਕਲਚਰ ਫੈਲਿਆ ਹੋਇਆ, ਕਿ ਉਹਦੇ ਨਾਲ ਵੀ ਇਹ ਗੱਲ ਜੁੜਦੀ ਹੈ ਜੀ? ਦੇਖੋ, ਇਹ ਤਾਂ ਇਹ ਤੋਂ ਡਿਨਾਈ ਨਹੀਂ ਇਹਨੂੰ ਕੀਤਾ ਜਾ ਸਕਦਾ ਜੀ, ਕਿਉਂਕਿ ਕਈ ਵਾਰੀ ਕੀ ਹੁੰਦਾ ਬਈ ਪੇਰੈਂਟਸ ਨੂੰ, ਬਹੁਤਿਆਂ ਨੂੰ, ਜਿੱਦਾਂ ਹੁਣ ਇੱਥੇ ਬਹੁਤ ਸਾਰੇ ਪੇਰੈਂਟਸ ਆ ਜਿਨ੍ਹਾਂ ਦੇ ਬੱਚੇ ਜਿਹੜੀ ਡਰੱਗ ਕਰਦੇ ਵੀ, ਤਾਂ ਉਹਨਾਂ ਨੂੰ ਪਤਾ ਨਹੀਂ ਹੈਗਾ ਉਹ ਚੀਜ਼ ਦਾ। ਹੋ ਸਕਦਾ ਉੱਥੇ ਵੀ ਨਾ ਪਤਾ ਹੋਵੇ। ਅਤੇ ਦੂਸਰੀ ਗੱਲ ਇਹ ਵੀ ਆ ਕਿ ਸਾਡੇ ਉੱਥੇ ਇੱਕ ਧਾਰਨਾ ਬਣੀ ਹੋਈ ਆ ਕਿ ਅਸੀਂ ਉੱਥੋਂ ਆਏ ਹਾਂ, ਵੱਡੇ ਹੋ ਕੇ ਆਏ ਹਾਂ, ਮੈਂ 22 ਸਾਲ ਦਾ ਸੀ ਜਦੋਂ ਉੱਥੋਂ ਆਇਆ, ਅਤੇ ਉੱਥੇ ਇਹ ਹੁੰਦਾ ਵੀ ਜੇ ਨਿਆਣਾ ਕੋਈ ਗਲਤ ਕੰਮ ਕਰਦਾ ਵੀ ਹੈ ਤਾਂ ਆਪਾਂ ਕਹਿ ਦਿੰਦੇ ਇਹਨੂੰ ਇੱਥੋਂ ਕੱਢੋ ਤਾਂ ਸ਼ਾਇਦ ਸੁਧਰ ਜਾਊਗਾ ਜੀ। ਪਰ ਉਹਨਾਂ ਨੂੰ ਹੁਣ ਇਹ ਪਤਾ ਥੋੜ੍ਹਾ ਵੀ ਜਿਹੜੀ ਚੀਜ਼ ਇੱਥੇ ਤੁਸੀਂ ਇਹਨੂੰ ਜੇ ਚੀਜ਼ 'ਚੋਂ ਕੱਢਣਾ ਚਾਹੁੰਦੇ, ਉੱਥੇ ਵੀ ਇਹ ਚੀਜ਼ ਮਿਲਣੀ ਹੈ ਜਾ ਕੇ ਇਹਨੂੰ, ਹੈ ਨਾ ਜੀ। ਸੋ ਉੱਥੇ ਤਾਂ ਹਲੇ ਮੈਨੂੰ ਲੱਗਦਾ ਲੈਣਾ ਕੁਛ ਔਖਾ ਹੋ ਸਕਦਾ ਵਾ, ਇੱਥੇ ਤਾਂ ਹਰ ਸਟਰੀਟ 'ਤੇ ਮਿਲਦਾ ਵਾ ਜੀ, ਹੈ ਨਾ। ਅਤੇ ਇਹਦੇ ਵਿੱਚ ਉਹ ਗਿਣਤੀ ਵੀ ਹੋ ਸਕਦੀ ਆ, ਪਰ ਦੂਸਰੀ ਵੀ ਜਿਹੜੀ ਇੱਥੇ ਆ ਕੇ ਜਦੋਂ ਸਟਰੈਸ ਆਊਟ ਹੁੰਦੇ ਆ ਸਾਰੇ ਨਿਆਣੇ ਨਾ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹ ਚੀਜ਼ ਜਿਹੜੀ ਆ ਇਨਵੋਲਵ ਕਰਦੇ। ਤੁਸੀਂ ਜੇ ਖੋਸਾ ਜੀ ਬਹੁਤ ਕਲੋਜ਼ਲੀ ਜਦੋਂ ਤੁਸੀਂ ਇਨ ਵਨ ਆਫ ਯੂਰ ਪ੍ਰੋਫਾਈਲਸ ਪ੍ਰੀਵੀਅਸਲੀ ਆਪਣੇ ਪੁਲਿਸਿੰਗ ਕਰੀਅਰ ਦੌਰਾਨ ਤੁਸੀਂ ਪੇਰੈਂਟਸ ਨਾਲ ਬੜਾ ਕਲੋਜ਼ਲੀ ਕੰਮ ਕੀਤਾ ਸੀ, ਜਿਹੜੇ ਖਾਸ ਤੌਰ 'ਤੇ ਉਹਨਾਂ ਪਰਿਵਾਰਾਂ ਦੇ ਵਿੱਚ ਜਿੱਥੇ ਬੱਚਾ ਕੋਈ ਡਰੱਗਸ ਵਾਲੀ ਰਾਹ 'ਤੇ ਪੈ ਗਿਆ ਸੀ। ਉਸ ਐਕਸਪੀਰੀਅੰਸ ਦੇ ਵਿੱਚੋਂ ਤੁਸੀਂ ਕੀ ਗੱਲ ਸ਼ੇਅਰ ਕਰ ਸਕਦੇ ਹੋ ਮਾਪਿਆਂ ਨਾਲ ਵੀ, ਕਿਉਂਕਿ ਜਿਹੜੀ ਇਹ ਗੱਲ ਹੈ ਸਿਰਫ ਇੱਥੇ ਇਕੱਲੇ ਸਰੀ ਤੱਕ ਮਹਿਦੂਦ ਨਹੀਂ ਰਹਿਣੀ। ਅਸੀਂ ਇਹਨੂੰ ਚਾਹੁੰਦੇ ਹਾਂ ਕਿ ਅਸੀਂ ਇਹਨੂੰ ਪ੍ਰੋਪਰ ਸੋਸ਼ਲ ਮੀਡੀਆ ਰਾਹੀਂ ਉਹਨਾਂ ਪੇਰੈਂਟਸ ਤੱਕ ਇਹ ਗੱਲਾਂ ਪਹੁੰਚ ਸਕਣ ਜਿਨ੍ਹਾਂ ਨੇ ਅਜੇ ਆਪਣੇ ਬੱਚਿਆਂ ਨੂੰ ਭੇਜਣਾ ਕੈਨੇਡਾ, ਜਿਹੜੇ ਇਸ ਵੇਲੇ ਪਲਾਨ ਕਰ ਰਹੇ ਨੇ। ਵਾਟ ਆਰ ਦਾ ਥਿੰਗਸ ਐਜ਼ ਅ ਪੁਲਿਸ ਆਫਿਸਰ ਤੁਸੀਂ ਉਹਨਾਂ ਨੂੰ ਕੀ ਦੱਸਣਾ ਚਾਹੁੰਦੇ ਹੋ ਕਿ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣ? ਦੇਖੋ, ਬੱਚੇ ਚਾਹੇ ਉੱਥੇ ਹੋਣ ਜਾਂ ਇੱਥੇ ਹੋਣ ਜੀ, ਸਾਰੇ ਹੀ ਸਫਰ ਕਰ ਰਹੇ ਇਸ ਕੰਮ ਦੇ ਵਿੱਚ, ਜਿਹੜੇ ਲੱਗੇ ਹੋਏ ਆ ਡਾਇਰੈਕਸ਼ਨ ਦੇ ਵਿੱਚ। ਕੱਲ੍ਹ ਹੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਇਵੈਂਟ 'ਤੇ, ਕੋਈ ਮਿਲੇ ਮੈਨੂੰ ਭੈਣ ਜੀ, ਉਹਨਾਂ ਨੇ ਸ਼ੇਅਰ ਕੀਤੀ ਕਿ 2018 ਦੇ ਵਿੱਚ ਕਿਤੇ ਮੇਰੀ ਉਹਨਾਂ ਨਾਲ ਗੱਲ ਹੋਈ ਹੋਣੀ ਹੈ, ਉਹਨਾਂ ਦੀ ਬੇਟੀ ਇਸ ਪਾਸੇ ਚਲੀ ਗਈ ਸੀ। ਸੋ ਉਹ ਐਡਵਾਈਸ ਉਹਨਾਂ ਨੂੰ ਇਹੀ ਸੀਗਾ ਕਿ ਸਪੋਰਟ ਦਾ ਜਿਹੜਾ ਇੱਕ ਬਹੁਤ ਕੰਪੈਸ਼ਨ ਅਤੇ ਸਪੋਰਟ, ਦੋ ਚੀਜ਼ਾਂ ਜਿਹੜੀਆਂ ਇਨਸਾਨ ਨੂੰ ਦਲਦਲ 'ਚੋਂ ਕੱਢ ਸਕਦੀਆਂ ਜੀ। ਇਨਫੋਰਸਮੈਂਟ ਡਜ਼ਨਟ ਵਰਕ। ਜਦੋਂ ਇੱਕ ਵਾਰੀ ਇੱਧਰ ਨੂੰ ਪੈ ਜਾਂਦਾ ਬੰਦਾ ਇੱਕ ਐਡਿਕਸ਼ਨ ਦੇ ਤੌਰ 'ਤੇ, ਚਾਹੇ ਉਹ ਗੈਂਗਸ ਦੀ ਹੋਵੇ ਚਾਹੇ ਡਰੱਗਸ ਦੀ ਹੋਵੇ, ਉਹਨੂੰ ਸਪੋਰਟ ਨਾਲ ਹੀ ਕੱਢਿਆ ਜਾ ਸਕਦਾ। ਐਂਡ ਉਹਨਾਂ ਦੀ ਫੀਡਬੈਕ ਇਹੀ ਸੀ ਕਿ ਉਸੇ ਐਡਵਾਈਸ 'ਤੇ ਚੱਲਦੇ ਹੋਏ ਉਹਨਾਂ ਨੇ ਆਪਣਾ ਰਿਲੇਸ਼ਨਸ਼ਿਪ ਦੁਬਾਰਾ ਬਿਲਡ ਕਰ ਲਿਆ ਆਪਣੀ ਬੇਟੀ ਨਾਲ ਜੀ। ਸੋ ਇਟਸ ਰੀਅਲੀ ਨਾਈਸ ਟੂ ਨੋ। ਜਿਹੜੀ ਹੁਣ ਤੁਸੀਂ ਗੱਲ ਕਰਦੇ ਆ ਕਿ ਬੱਚੇ ਇੱਥੇ ਆਉਂਦੇ ਆ, ਪਿਛਲੇ ਵੀਕ ਹੀ ਇੱਕ ਪਰਿਵਾਰ ਨਾਲ ਗੱਲ ਹੋਈ, ਉਹ ਕਹਿੰਦੇ ਕਿ ਸਾਡਾ ਬੱਚਾ ਇੱਥੇ ਐਡਿਕਟ ਸੀਗਾ ਪੰਜਾਬ ਦੇ ਵਿੱਚ, ਤਾਂ ਉਹਨਾਂ ਨੇ ਉਹਨੂੰ ਉੱਥੋਂ ਰੀਹੈਬ ਵਗੈਰਾ ਕਰਵਾ ਕੇ ਕਲੀਨ ਕਰਕੇ ਇੱਥੇ ਭੇਜਤਾ। ਇੱਥੇ ਆ ਕੇ ਫਿਰ ਉਹੀ ਕੰਮ ਸ਼ੁਰੂ ਹੋਇਆ, 2 ਵਾਰੀ ਓਵਰਡੋਜ਼ ਹੋਇਆ, ਫਿਰ ਇੰਡੀਆ ਬੁਲਾਇਆ, ਦੁਬਾਰਾ ਰੀਹੈਬ ਹੋਇਆ, ਉਹਦਾ ਕਲੀਨਅਪ ਫਿਰ ਹੋਈ ਉਹਦੀ, ਐਂਡ ਦੈਨ ਹੀ ਵਾਸ ਸੈਂਟ ਬੈਕ ਇੱਥੇ ਦੁਬਾਰਾ। ਅਤੇ 2 ਮਹੀਨਿਆਂ ਤੋਂ ਪਰਿਵਾਰ ਨਾਲ ਉਹਦਾ ਕੋਈ ਵਾਰਤਾਲਾਪ ਨਹੀਂ ਹੋਈ। ਉਸ ਤੋਂ ਬਾਅਦ ਚਲੋ ਆਈ ਗੋਟ ਇਨ ਟੱਚ ਵਿਦ ਦ ਕਿਡ ਇਵੈਂਚੁਅਲੀ, ਅਤੇ ਉਹਨੇ ਵੀ ਉਹੀ ਕਹਾਣੀ ਦੱਸੀ ਕਿ ਮੇਰੇ ਕੋਲ ਬੰਦੇ ਆਏ, ਕਹਿੰਦੇ 4 ਦਿਨ ਅਸੀਂ ਰੈਗੂਲਰ ਕੰਮ ਕਰਦੇ ਹਾਂ, 3 ਦਿਨ ਅਸੀਂ ਡਰੱਗ ਵੇਚਦੇ, ਤੈਨੂੰ $200 ਦੇਵਾਂਗੇ, ਨਾਲ ਹੀ ਤੇਰੀ ਐਡਿਕਸ਼ਨ ਪੂਰੀ ਕਰਾਂਗੇ, ਨਾਲੇ ਤੂੰ ਸਾਡੇ ਲਈ ਵੇਚ। ਸੋ ਇਹ ਕਾਫੀ ਜ਼ਿਆਦਾ ਨੈਟਵਰਕ ਜਿਹੜਾ ਮਾਫੀਆ ਦਾ ਬਣਿਆ ਹੋਇਆ। ਪਰ ਜਿੰਨਾ ਚਿਰ ਅਸੀਂ ਘਰ ਦੇ ਵਿੱਚ ਖੁੱਲ੍ਹ ਕੇ ਗੱਲ ਨਹੀਂ ਕਰਦੇ ਬੱਚਿਆਂ ਨਾਲ ਜੀ, ਡਰੱਗਸ ਬਾਰੇ ਤਾਂ ਗੱਲ ਕਰਦੇ ਹੀ ਨਹੀਂ ਅਸੀਂ। ਲੋਟ ਆਫ ਥਿੰਗਸ ਅਸੀਂ ਇੱਕ ਟੈਬੂ ਬਣਾ ਕੇ ਪੇਸ਼ ਕਰ ਦਿੰਦੇ ਘਰੇ, ਨਾ ਗੈਂਗਸ ਦੀ, ਨਾ ਡਰੱਗਸ ਦੀ, ਨਾ ਕੋਈ ਰਿਲੇਸ਼ਨਸ਼ਿਪਸ ਦੀ ਅਸੀਂ ਗੱਲ ਨਹੀਂ ਕਰਦੇ। ਤਾਂ ਨੈਚੁਰਲੀ ਜਿਹੜਾ ਉਹ ਐਡਵਾਈਸ ਮਿਲਦਾ ਬੱਚਿਆਂ ਨੂੰ ਬਾਹਰੋਂ ਗਲਤ ਮਿਲਦਾ ਜੀ। ਵੇਪਿੰਗ ਦੀ ਗੱਲ ਕੀਤੀ, ਉਹ ਸਕੂਲਾਂ ਦੇ ਵਿੱਚ ਬਾਹਰ ਪਾਰਕਿੰਗ ਲੋਟ 'ਚ ਵਿਕ ਰਿਹਾ ਜੀ। ਸੋ ਉਹ ਫ੍ਰੀ ਦਿੰਦੇ ਬੱਚਿਆਂ ਨੂੰ, ਟਰਾਈ ਕਰੋ, ਉਸ ਤੋਂ ਬਾਅਦ ਲਾ ਲੈਂਦੇ ਨਾਲ। ਸੋ ਮੇਰਾ ਐਡਵਾਈਸ ਇਹੀ ਹੈ ਕਿ ਕਮਿਊਨੀਕੇਸ਼ਨ ਆਪਣੀ ਬੱਚਿਆਂ ਨਾਲ ਬਹੁਤ ਜ਼ਿਆਦਾ ਵਧਾਓ, ਇੱਕ ਫਰੈਂਡਲੀ ਤੌਰ 'ਤੇ ਤੁਹਾਡੇ ਨਾਲ ਗੱਲ ਕਰਨ, ਕਿਉਂਕਿ ਹਰੇਕ ਫੈਮਿਲੀ ਦੇ ਵਿੱਚ ਕੋਈ ਨਾ ਕੋਈ ਇਸ਼ੂ ਜ਼ਰੂਰ ਆਊਗਾ ਜੀ। ਐਂਡ ਯੂ ਵਾਂਟ ਟੂ ਬੀ ਇਨ ਅ ਪੋਜੀਸ਼ਨ ਟੂ ਕੈਚ ਅਰਲੀ, ਅਤੇ ਉਹ ਤਾਂ ਹੀ ਕੈਚ ਕਰੋਗੇ ਅਰਲੀ ਜੇ ਤੁਸੀਂ ਉਹਦਾ ਨਾਲ ਰੋਜ਼ ਗੱਲਬਾਤ ਕਰਦੇ ਆ। ਬੇਸ ਲਾਈਨ ਤੁਹਾਨੂੰ ਬੱਚੇ ਦੀ ਪਤਾ ਹੋਵੇ, ਜਦੋਂ ਹੀ ਬਿਹੇਵੀਅਰ 'ਚ ਕੋਈ ਸ਼ਿਫਟ ਹੋਈ ਤੁਸੀਂ ਉਹਨੂੰ ਛੇਤੀ ਕੈਚ ਕਰ ਲਓਗੇ। ਅਦਰਵਾਈਜ਼ ਵਨਸ ਇਜ਼ ਟੂ ਲੇਟ ਇਜ਼ ਟੂ ਲੇਟ। ਸਾਡੇ ਨਾਲ ਜੀ ਡਾਕਟਰ ਅਮਰਜੀਤ ਭੁੱਲਰ ਸਾਡੀ ਟੀਮ ਦੇ ਮੈਂਬਰ ਨੇ, ਅਤੇ ਉਹ ਅਕਸਰ ਕਹਿੰਦੇ ਨੇ, ਕਹਿੰਦੇ ਜਦੋਂ ਕਿਸੇ ਪਰਿਵਾਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ, ਕਹਿੰਦੇ 25 ਸਾਲ ਦਾ ਪ੍ਰੋਜੈਕਟ ਹੈ ਇਹ, ਅਤੇ ਇਹ ਇੱਦਾਂ ਨਹੀਂ ਹੈ ਵੀ ਤੁਸੀਂ ਇਹਨੂੰ ਫਿਰ ਜਦੋਂ 5 ਸਾਲ ਦਾ ਹੋ ਗਿਆ ਉਸ ਤੋਂ ਬਾਅਦ ਤੁਸੀਂ ਕਰ ਲਓਗੇ। ਇਹ ਐਵਰੀ ਈਅਰ ਐਵਰੀ ਡੇ ਉਸ ਪ੍ਰੋਜੈਕਟ 'ਤੇ ਤੁਹਾਨੂੰ ਉਸ ਚੀਜ਼ 'ਤੇ ਕੰਮ ਕਰਨਾ ਪੈਣਾ, ਕਿਉਂਕਿ ਬੱਚੇ ਨੂੰ ਦੁਨੀਆ ਦੇ ਵਿੱਚ ਲਿਆਉਣਾ ਕਹਿੰਦੇ ਮਿਨੀਮਮ 25 ਈਅਰ ਪ੍ਰੋਜੈਕਟ ਆ। ਵਿਜੇ ਇਹੀ ਫਰਕ ਹੈ। ਹੁਣ ਤੁਸੀਂ ਦੇਖੋਗੇ ਕਿ ਕਈ ਹੁਣ ਜੇ ਆਪਾਂ ਦੇਖੀਏ ਕਿ ਇਕੱਲੇ ਮਨੁੱਖੀ ਜਾਮੇ ਦੇ ਵਿੱਚ ਇਹ ਹੈਗਾ ਕਿ ਬੱਚਾ ਰਾਈਟ ਵੇ ਉੱਠ ਕੇ ਤੁਰ ਨਹੀਂ ਲੱਗਦਾ ਜੀ।
ਉਹਨੂੰ ਸਿਖਾਉਣਾ ਪੈਂਦਾ। That's right. he or she will copy you every single day. That's right. ਸੋ ਜੋ ਤੁਸੀਂ ਉਹਦੀ ਸਲੇਟ ਤੇ ਲਿਖ ਰਹੇ ਆ ਨਾ ਪਹਿਲੇ 7 ਸਾਲ ਖਾਸ ਕਰਕੇ ਉਹ ਇੰਪ੍ਰਿੰਟ ਉਹਦਾ ਰਹਿਣਾ ਦੇਰ ਤੱਕ। ਔਰ ਜਿਵੇਂ ਤੁਸੀਂ ਕਿਹਾ 25 ਸਾਲ ਦਾ ਪ੍ਰੋਜੈਕਟ ਹੈ, ਮੈਂ ਤਾਂ ਕਹਿੰਦਾ ਸਾਰੀ ਉਮਰ ਦਾ ਪ੍ਰੋਜੈਕਟ ਹੀ ਹੁੰਦਾ ਬੱਚਿਆਂ ਦਾ, ਬਿਕਾਜ਼ ਇਹਨੂੰ ਤੁਸੀਂ ਹੱਥ ਇਹਨਾਂ ਦਾ ਛੱਡ ਨਹੀਂ ਸਕਦੇ। ਇਹ ਜ਼ਰੂਰ ਹੈ ਕਿ ਉਹ ਜਿਹੜੀ ਰੱਸੀ ਹੈ ਨਾ ਜਿਹਨਾਂ ਤੁਸੀਂ ਬੰਨੇ ਹੋਏ ਦੋਨੇ ਉਹ ਲੰਮੀ ਕੀਤੀ ਜਾ ਸਕਦੀ ਹੈ, ਪਰ ਇਹ ਨਹੀਂ ਕਿ ਬਿਲਕੁਲ ਹੀ ਤੁਸੀਂ ਆਪਣਾ ਫਾਰਗ ਹੋ ਜਾਓ ਕਿ ਨਹੀਂ ਬੱਚਾ ਤਾਂ ਜੀ ਹੁਣ 17 ਸਾਲ ਦਾ ਹੋ ਗਿਆ, ਇਹਨੂੰ ਸਾਰਾ ਪਤਾ ਲੱਗ ਗਿਆ। It doesn't work like that. ਜੈ ਖੋਸਾ ਜੀ, ਓਵਰਲੀ ਸਟ੍ਰਿਕਟ ਪੇਰੈਂਟਿੰਗ, ਇਹ ਕਿਉਂਕਿ ਆਫ ਕੋਰਸ ਤੁਹਾਨੂੰ ਤੁਸੀਂ ਇਹਦੇ ਬਾਰੇ ਜੇ ਟਿੱਪਣੀ ਕਰਨੀ ਚਾਹੋ, ਤੁਸੀਂ ਆਪਣੇ ਐਕਸਪੀਰੀਅੰਸ ਕੀ ਵੇਖਿਆ? ਬਹੁਤ ਜ਼ਿਆਦਾ ਕਈ ਵਾਰੀ ਪੇਰੈਂਟਸ ਸਟ੍ਰਿਕਟ ਹੁੰਦੇ ਨੇ, ਉਹਦਾ ਵੀ ਅਸਰ ਬੱਚੇ ਦੇ ਉੱਪਰ ਫਿਰ ਮਾੜਾ ਪੈ ਜਾਂਦਾ ਜੀ, ਕਿ ਫਿਰ ਉਹ ਵੀ ਬੱਚੇ ਨੂੰ ਇਸ ਪਾਸੇ ਨੂੰ ਧਕੇਲ ਸਕਦਾ। ਐਬਸੋਲੂਟਲੀ, ਬਹੁਤੀ ਵਾਰ ਹੁੰਦਾ ਹੈ। ਬਹੁਤ ਬੱਚਿਆਂ ਨੇ ਗੱਲਬਾਤ ਕੀਤੀ ਕਿ ਆਈ ਹੇਟ ਮਾਈ ਪੇਰੈਂਟਸ, ਕਿਉਂਕਿ ਚਾਈਲਡਹੁੱਡ ਟਰਾਮਾ ਇੰਨਾ ਜ਼ਿਆਦਾ ਹੁੰਦਾ, ਔਰ ਉਹਦਾ ਵੀ ਕਈ ਵਾਰੀ ਮਾਂ ਪਿਓ ਦਾ ਕੋਈ ਜਾਣ ਕੇ ਨਹੀਂ ਕਰਦੇ ਉਹ। ਆਈ ਕੈਚ ਮਾਈ ਸੈਲਫ ਡੂਇੰਗ ਦੈਟ ਸਮਟਾਈਮਸ, ਕਿਉਂਕਿ ਜਿਸ ਤਰੀਕੇ ਨਾਲ ਸਾਡੀ ਪਰਵਰਿਸ਼ ਹੋਈ ਹੁੰਦੀ ਸਕੂਲਾਂ ਦੇ ਵਿੱਚ, ਸਾਡਾ ਡਿਸਿਪਲਿਨ ਦਾ ਤਰੀਕਾ ਡਿਫਰੈਂਟ ਸੀਗਾ ਜੀ। ਪਹਿਲਾਂ ਸਕੂਲੋਂ ਪੈਣੀਆਂ ਫਿਰ ਘਰੇ ਆ ਕੇ ਪੈਣੀਆਂ ਜੀ, ਐਂਡ that was normal। ਸੋ ਜੇ ਹੁਣ ਆਪਾਂ ਇਹ ਐਗਜ਼ਾਮਪਲ ਦੇ ਦਈਏ ਕਿ ਵੀ ਟਰਨਡ ਆਊਟ ਫਾਈਨ, ਦੈਟਸ ਅ ਰੋਂਗ ਐਗਜ਼ਾਮਪਲ, ਕਿਉਂਕਿ ਉੱਥੋਂ ਦਾ এনवायरमेंट ਡਿਫਰੈਂਟ ਸੀ, ਉਹ ਸਮਾਂ ਡਿਫਰੈਂਟ ਸੀ, ਹੁਣ ਇੱਥੇ ਡਿਫਰੈਂਟ ਹੈਗਾ। ਸੋ ਸਮੇਂ ਦੇ ਨਾਲ ਪੇਰੈਂਟਿੰਗ ਦੇ ਜਿਹੜੇ ਮੈਥਡ ਆ ਉਹ ਚੇਂਜ ਹੋ ਗਏ ਬਹੁਤ ਜ਼ਿਆਦਾ। ਸੋ ਕਈ ਵਾਰੀ ਅਸੀਂ ਆਪਣੇ ਤਰੀਕੇ ਨਾਲ ਪੇਰੈਂਟਿੰਗ ਕਰਨ ਦੀ ਕੋਸ਼ਿਸ਼ ਕਰਦੇ ਕਿ ਸਾਡੇ ਨਾਲ ਇਉਂ ਹੋਇਆ ਸੀ ਜੀ। ਸੋ ਉਹ ਡੰਡੇ ਵਾਲਾ ਕੰਮ ਚੱਲਦਾ ਨਹੀਂ ਹੈਗਾ। ਹਾਂ, ਤੁਸੀਂ ਇੱਕ ਤੁਹਾਡੀ ਛੱਤ ਥੱਲੇ ਬੱਚਾ ਰਹਿ ਰਿਹਾ, ਉਹ ਰੂਲ ਰੈਗੂਲੇਸ਼ਨ ਜਿਹੜੇ ਫੋਲੋ ਕਰਨੇ ਤੁਸੀਂ ਸਿਖਾਉਣੇ ਉਹਨਾਂ ਨੂੰ। ਇਹ ਵੀ ਨਹੀਂ ਕਹਿੰਦਾ ਕਿ ਬੱਚਿਆਂ ਨੂੰ ਖੁੱਲ੍ਹੇ ਛੱਡ ਦਿਓ। ਦੈਟਸ ਰਾਈਟ, ਪੇਰੈਂਟਿੰਗ ਇਜ਼ ਯੋਰ ਜੌਬ। ਮੈਂ ਹਮੇਸ਼ਾ ਘੁਮਿਆਰ ਦੀ ਐਗਜ਼ਾਮਪਲ ਦਿੰਦਾ ਹੁੰਦਾ ਕਿ ਘੁਮਿਆਰ ਜਦੋਂ ਬਣਾਉਂਦਾ ਕਿਸੇ ਘੜੇ ਨੂੰ, ਇਨਫ ਪ੍ਰੈਸ਼ਰ ਟੂ ਫੋਰਮ ਇਟ, ਨਾਟ ਟੂ ਮਚ ਪ੍ਰੈਸ਼ਰ ਟੂ ਬ੍ਰੇਕ ਇਟ ਜੀ। ਸੋ ਉਹ ਜਿਹੜਾ ਫਾਈਨ ਬੈਲੈਂਸ ਜਿਹੜਾ ਨਾ, ਉਹ ਘੁਮਿਆਰ ਵਾਲਾ ਜਿਹੜਾ ਪੇਰੈਂਟਿੰਗ, ਦੈਟ ਇਜ਼ ਐਗਜ਼ੈਕਟਲੀ ਦੈਟ। ਸੋ ਔਰ ਕੌਨਸਟੈਂਟਲੀ ਸਿੱਖੋ, ਕਿਤਾਬਾਂ ਪੜ੍ਹੋ, ਸਕੂਲਾਂ 'ਚ ਕੀ ਹੁੰਦਾ। ਔਰ ਕਿੰਨੇ ਕੁ ਮਾਂ ਬਾਪ ਆ ਜਿਨ੍ਹਾਂ ਨੂੰ ਪਤਾ ਕਿ ਹਾਈ ਸਕੂਲ ਦਾ ਕੀ ਇਨਵਾਇਰਮੈਂਟ ਆ, ਵੀ ਡੋਨਟ ਨੋ। ਦੈਟਸ ਟਰੂ। ਕਦੇ ਆਪਾਂ ਗੱਲ ਕਰਦੇ 8ਵੀਂ 'ਚ ਬੱਚਾ ਤੁਹਾਡਾ ਹਾਈ ਸਕੂਲ 'ਚ ਗਿਆ, ਉਹਨੂੰ ਕਿੰਨੀ ਉਹ ਅਪਹਿਲ ਬੈਟਲ ਹੀ ਹੁੰਦਾ ਜੀ, ਕਿਉਂਕਿ ਬੁਲਿੰਗ ਵੀ ਹੋ ਸਕਦੀ ਹੈ ਉੱਥੇ। ਇੱਕਦਮ ਹਾਈ ਸਕੂਲ ਦੇ ਇਨਵਾਇਰਮੈਂਟ ਚੇਂਜ ਹੋ ਜਾਂਦਾ, ਐਲੀਮੈਂਟਰੀ ਸ਼ੈਲਟਰਡ ਇਨਵਾਇਰਮੈਂਟ 'ਚੋਂ ਉੱਥੇ ਚਲਾ ਜਾਂਦਾ, ਫਰੀਡਮ ਮਿਲਦੀ ਹੈ। ਸੋ ਹਾਊ ਡੂ ਵੀ ਕੋਪ ਵਿਦ ਇਟ? ਅਸੀਂ ਆਪਣੇ ਆਪ ਨੂੰ ਕਿੰਨਾ ਕੁ ਪ੍ਰੀਪੇਅਰ ਕਰਦੇ ਹਾਂ ਜਾਂ ਬੱਚਿਆਂ ਨੂੰ ਕਿੰਨਾ ਕੁ ਕਰਦੇ ਹਾਂ, ਉੱਥੇ ਆ ਕੇ ਫਰਕ ਪੈਂਦਾ ਜੀ। ਵਾਟ ਇਜ਼ ਦੈਟ ਵਨ ਥਿੰਗ, ਜੇ ਤੁਹਾਡੇ ਮੁਤਾਬਕ, ਤੁਹਾਡੇ ਤਜਰਬੇ ਮੁਤਾਬਕ, ਕਿ ਜੇ ਅਸੀਂ ਉਹ ਸੈੱਟ ਕਰਨੀ ਸ਼ੁਰੂ ਕਰ ਦਈਏ ਹੌਲੀ ਹੌਲੀ, ਤਾਂ ਉਹਦੇ ਨਾਲ ਇਹ ਸਮੱਸਿਆ ਘਟਣੀ ਸ਼ੁਰੂ ਹੋ ਜਾਏਗੀ ਕਿ ਸਾਡੇ ਭਾਈਚਾਰੇ ਦੇ ਵਿੱਚੋਂ ਨੌਜਵਾਨ ਜਿਹੜੇ ਇਸ ਵੇਲੇ ਡਰੱਗ ਓਵਰਡੋਜ਼ ਕਰਕੇ ਮੌਤ ਦੀ ਭੇਟ ਚੜ੍ਹ ਰਹੇ ਨੇ, ਉਹਨਾਂ ਨੂੰ ਬਚਾਇਆ ਜਾ ਸਕੇਗਾ। ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਇਹ ਗੱਲ ਵੱਲ ਧਿਆਨ ਦੇਣਾ ਚਾਹੀਦਾ। ਜਦੋਂ ਕਈ ਵਾਰੀ ਕਮਿਊਨਿਟੀ ਦੇ ਵਿੱਚੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਬਈ ਜਿਹੜੇ ਕੰਮ ਕਰਨ ਵਾਲੇ ਲੋਕ ਆ ਉਹਨਾਂ ਨੂੰ ਅਬਿਊਜ਼ ਕੀਤਾ ਜਾਂਦਾ, ਕਿਸੇ ਨੂੰ ਪੂਰੀ ਮਿਹਨਤ ਨਹੀਂ ਦਿੱਤੀ ਜਾਂਦੀ, ਰਾਈਟ। ਅਤੇ ਉਸ ਵੇਲੇ ਮੈਨੂੰ ਲੱਗਦਾ ਵੀ ਹਰੇਕ ਬੰਦੇ ਨੂੰ ਇਹ ਸੋਚਣਾ ਚਾਹੀਦਾ ਵਾ ਵੀ ਕਿਤੇ ਇਹਨੂੰ ਅਸੀਂ ਮੌਤ ਵੱਲ ਤਾਂ ਨਹੀਂ ਧੱਕ ਰਹੇ ਜੀ। ਇਹਦੇ ਨਾਲ ਵੀ ਜਿਹੜੇ ਕੰਮ ਕਰਨ ਵਾਲੇ ਆ ਪ੍ਰੈਸ਼ਰਾਈਜ਼ ਹੁੰਦੇ ਆ, ਕਈ ਵਾਰੀ ਉਹ ਡਿਪਰੈਸ਼ਨ ਵਿੱਚ ਜਾਂਦੇ ਆ। ਜਿਹੜਾ ਕੰਮਕਾਰ 'ਤੇ ਅਬਿਊਜ਼ ਕੀਤਾ ਜਾਂਦਾ ਨਾ, ਉਹ ਬਹੁਤ ਵੱਡੀ ਗਿਣਤੀ ਆ ਜੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਬਈ ਮੇਰੇ ਕੋਲ ਇੱਕ ਸਟੂਡੈਂਟ ਆਇਆ ਜੀ, ਉਹ ਕਹਿੰਦਾ ਮੈਂ $150 ਦਿੱਤਾ ਸੀਗਾ ਅਤੇ ਮੈਂ ਆਪਣਾ ਟਿਫਨ ਲਵਾਇਆ ਸੀ ਜੀ, ਅਤੇ ਉਹਨੇ ਮੈਨੂੰ 4 ਦਿਨ ਟਿਫਨ ਦਿੱਤਾ ਵਾ। 4 ਦਿਨ ਤੋਂ ਬਾਅਦ ਨਾ ਮੇਰਾ ਫੋਨ ਚੱਕ ਰਿਹਾ ਅਤੇ ਨਾ ਮੈਨੂੰ ਟਿਫਨ ਦੇ ਰਿਹਾ। ਹੁਣ ਜਿਹੜੇ ਇਹੋ ਜਿਹੇ ਲੋਕ ਆ, ਉਹ ਮਤਲਬ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਬਹਿ ਕੇ ਅੰਦਰ ਇਹ ਸੋਚਣਾ ਚਾਹੀਦਾ ਬਈ ਅਸੀਂ ਕਿਸੇ ਲਈ ਮੌਤ ਕ੍ਰੀਏਟ ਕਰ ਰਹੇ ਹਾਂ ਜੀ। ਜਿਹੜਾ ਇੱਕ ਨਵਾਂ ਬੱਚਾ ਆਇਆ, ਉਹਨੇ $150 ਦਿੱਤਾ ਜੀ, ਅਤੇ ਉਹ 4 ਦਿਨ ਸਿਰਫ ਉਹਨੂੰ ਟਿਫਨ ਡਿਲੀਵਰ ਹੋਇਆ। 4 ਦਿਨ ਤੋਂ ਬਾਅਦ ਉਹ ਬੰਦਾ ਫੋਨ ਹੀ ਨਹੀਂ ਚੱਕ ਰਿਹਾ। ਮੈਂ ਵੀ ਉਸ ਫੋਨ 'ਤੇ ਟਰਾਈ ਕੀਤੀ ਫੋਨ ਕਰਨ ਦੀ, ਉਹ ਕਿਸੇ ਦਾ ਵੀ ਉਹ ਤੋਂ ਫੋਨ ਨਹੀਂ ਚੱਕ ਰਿਹਾ, ਕਿਉਂਕਿ ਉਹਨੂੰ ਪਤਾ ਵੀ ਮੈਨੂੰ ਸਾਰੇ ਫੋਨ ਇਹੋ ਜਿਹੇ ਆਉਣੇ, 150 ਪਤਾ ਨਹੀਂ ਕਿੰਨਿਆਂ ਤੋਂ ਲਿਆ ਉਹਨੇ ਜੀ, ਹੈ ਨਾ ਜੀ। ਅਤੇ ਦੂਸਰੀ ਚੀਜ਼ ਇਹ ਆ ਵੀ ਜਿਹੜੇ ਪੇਰੈਂਟਸ ਜਾਂ ਇੱਧਰ ਵੀ ਜਦੋਂ ਭੇਜਦੇ ਆ, ਤੁਸੀਂ ਇਹ ਜਿਹੜਾ ਸੋਸ਼ਲ ਮੀਡੀਆ 'ਤੇ ਇਹ ਜ਼ਰੂਰ ਗੱਲ ਕਰਨੀ ਚਾਹੀਦੀ ਆ ਬਈ ਉੱਥੋਂ ਦੀ ਜਿਹੜੀ ਸਿਚੁਏਸ਼ਨ ਜਦੋਂ ਚਕਾਚੌਂਦ ਆਪਾਂ ਦੇਖ ਕੇ ਇੱਧਰ ਨੂੰ ਭੇਜਦੇ ਹਾਂ ਨਾ, ਵੀ ਜਾਂਦੇ ਹੀ ਪਤਾ ਨਹੀਂ ਉੱਥੋਂ ਡਾਲਰ ਜਿਹੜੇ ਆ ਉਹ ਸੱਟ ਕੇ ਇਹਨਾਂ ਨੇ ਖਿੱਚ ਕੇ ਤਾਂ ਸਾਨੂੰ ਭੇਜ ਦੇਣੇ ਆ, ਅਤੇ ਇੱਥੇ ਸਾਡਾ ਜਿਹੜਾ ਅਸੀਂ 30 ਲੱਖ 35 ਲੱਖ ਲਾ ਕੇ ਭੇਜਦੇ ਹਾਂ, ਸਾਲ 'ਚ ਇਹਨੇ ਪੂਰਾ ਕਰ ਦੇਣਾ ਵਾ। ਇਹ ਜਿਹੜਾ ਸਾਰਾ ਕੁਛ ਆ, ਮੈਨੂੰ ਲੱਗਦਾ ਵੀ ਉੱਥੋਂ ਵੱਡੇ ਵੱਡੇ ਸੁਪਨੇ ਸਜਾ ਕੇ ਇੱਥੇ ਨੂੰ ਆਉਂਦੇ ਆ ਜੀ। ਮੈਂ ਕਿ ਇਹਦੇ 'ਚ ਛੋਟੀ ਜਿਹੀ ਤੁਹਾਨੂੰ ਐਗਜ਼ਾਮਪਲ ਦਿੰਦਾ। 27 ਤਰੀਕ ਨੂੰ ਸਾਡੇ ਕੋਲ 4 ਸਟੂਡੈਂਟ ਆਉਂਦੇ ਨੇ ਜੀ, ਐਸੇ ਦਸੰਬਰ ਦੇ ਵਿੱਚ। 25 ਤਰੀਕ ਨੂੰ ਉਹ ਕੈਨੇਡਾ ਵਿੱਚ ਪਹੁੰਚਦੇ ਨੇ ਜੀ, ਅਤੇ ਜਦੋਂ 25 ਤਰੀਕ ਨੂੰ ਪਹੁੰਚਦੇ ਉਹ ਤਾਂ ਸਾਡੇ ਕੋਲ ਬਹਿ ਕੇ ਗੱਲ ਕਰਦੇ ਆ। ਜਿਸ 27 ਤਰੀਕ ਨੂੰ ਆਉਂਦੇ ਆ,
ਉਹ ਕਹਿੰਦੇ ਆ ਵੀ ਸਾਨੂੰ ਜਦੋਂ ਅਸੀਂ ਵੀਜ਼ਾ ਮਿਲਿਆ ਤੇ ਸਾਡੇ ਪੇਰੈਂਟਸ ਨੇ ਵੱਡੀਆਂ ਵੱਡੀਆਂ ਪਾਰਟੀਆਂ ਕੀਤੀਆਂ ਉੱਥੇ, ਸਾਡੇ ਤੇ 4 ਦਿਨ ਪਾਰਟੀਆਂ ਚੱਲਦੀਆਂ ਰਹੀਆਂ ਵੱਡੀਆਂ, ਸਾਰੇ ਰਿਸ਼ਤੇਦਾਰ ਇਕੱਠੇ ਕੀਤੇ ਵੀ ਕੈਨੇਡਾ ਦਾ ਵੀਜ਼ਾ ਮਿਲ ਗਿਆ, ਮੁੰਡੇ ਕੈਨੇਡਾ ਨੂੰ ਚੱਲੇ ਆ। ਤੇ ਉੱਥੋਂ ਉਹਨਾਂ ਨੇ ਔਨਲਾਈਨ ਜਿਹੜੀ ਆਪਣੀ ਬੇਸਮੈਂਟ ਵੀ ਰੈਂਟ ਕੀਤੀ ਹੋ ਸੀਗੀ। ਤੇ ਜਦੋਂ ਏਅਰਪੋਰਟ ਤੇ ਆਏ ਤੇ ਉਦੋਂ ਮੌਸਮ ਬੜਾ ਖਰਾਬ ਚੱਲ ਰਿਹਾ ਸੀ, ਫਲਾਈਟਾਂ ਦੀ ਬੜੀ ਡਿਸਟਰਬੈਂਸ ਸੀਗੀ। ਜਦੋਂ ਉੱਥੇ ਉਤਰੇ ਉਹ ਤੇ ਕਹਿੰਦੇ ਅਸੀਂ ਊਬਰ ਲੈ ਕੇ ਜਦੋਂ ਆਪਣੀ ਬੇਸਮੈਂਟ 'ਚ ਆਏ ਤਾਂ ਅਸੀਂ ਉਹਨਾਂ ਨੂੰ ਫੋਨ ਕੀਤਾ ਜਿਨ੍ਹਾਂ ਤੋਂ ਬੇਸਮੈਂਟ ਲਈ ਹੋਈ ਸੀ, ਘਰ ਵਾਲਿਆਂ ਨੂੰ। ਉਹਨਾਂ ਦੀ ਇੱਕ ਬੇਬੇ ਆਈ ਥੱਲੇ, ਉਹਨੇ ਚਾਬੀ ਫੜਾਈ ਉਹਨਾਂ ਨੂੰ ਤੇ ਉਹਨਾਂ ਨੂੰ ਦੱਸਤਾ ਵੀ ਆਹ ਤੁਹਾਡੀ ਬੇਸਮੈਂਟ ਆ। ਹਾਂਜੀ। ਹੁਣ ਜਦੋਂ ਉਹਨਾਂ ਨੇ ਬੇਸਮੈਂਟ ਦਾ ਡੋਰ ਖੋਲ੍ਹਿਆ, ਉਹ ਕਹਿੰਦੇ ਅੰਦਰ ਜਦੋਂ ਅਸੀਂ ਦੇਖਿਆ ਤੇ ਨਾ ਉੱਥੇ ਕੋਈ ਬਿਸਤਰਾ, ਨਾ ਕੋਈ ਮੰਜਾ, ਨਾ ਕੋਈ ਭਾਂਡਾ, ਨਾ ਕੋਈ ਕੌਲੀ, ਰਾਈਟ। ਤੇ ਪਰ ਉਹਨਾਂ ਦਾ ਜਿਹੜਾ ਸੁਪਨਾ ਸੀ ਉਹ ਤਾਂ ਇਦਾਂ ਸੀ ਵੀ ਪਤਾ ਨਹੀਂ ਉੱਥੇ ਜਾਂਦਿਆਂ ਨੂੰ ਸਾਨੂੰ ਕਿੱਦਾਂ ਦੇ ਮਹਿਲ ਹੋਣੇ ਆ ਜੀ, ਰਾਈਟ। ਜਦੋਂ ਅੰਦਰ ਗਏ ਕਹਿੰਦੇ ਸਾਨੂੰ ਰਾਤ ਨੂੰ ਸਾਡਾ ਇੱਕ ਟੈਚੀ ਪਿੱਛੇ ਰਹਿ ਗਿਆ ਤੇ ਸਾਡੇ ਕੋਲ ਸੌਣ ਨੂੰ ਕੋਈ ਕੱਪੜਾ ਵੀ ਹੈ ਨਹੀਂ ਸੀ, ਅਸੀਂ ਆਪਣੇ ਜੈਕਟਾਂ ਜੁਕਟਾਂ ਲੱਤਾਂ ਨੂੰ ਲਪੇਟ ਕੇ ਤਾਂ ਰਾਤ ਕੱਟੀ ਆ ਜੀ। ਤੇ ਉਸ ਤੋਂ ਬਾਅਦ ਜਦੋਂ ਸਵੇਰੇ ਉੱਠੇ ਤਾਂ ਪਾਣੀ ਪੀਣ ਦੇ ਕੌਲੀ ਵੀ ਹੈ ਨਹੀਂ ਸੀ ਤੇ ਅਸੀਂ ਟੂਟੀ ਨੂੰ ਮੂੰਹ ਲਾ ਕੇ ਪਾਣੀ ਪੀਤਾ ਤੇ ਉਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਆ ਗਏ, ਰਾਈਟ। ਜਦੋਂ ਉੱਥੋਂ ਉਹ ਆਪਸ ਵਿੱਚ ਗੱਲਾਂ ਸਾਡੇ ਕੋਲ ਬਹਿ ਕੇ ਕਰ ਰਹੇ ਸੀ ਤੇ ਸਾਨੂੰ ਦੱਸ ਰਹੇ ਸੀ ਵੀ ਜਦੋਂ ਉੱਥੋਂ ਤੁਰਦੇ ਆ ਵੱਡੇ ਵੱਡੇ ਦਿਮਾਗ ਦੇ ਵਿੱਚ ਸੁਪਨੇ ਹੁੰਦੇ ਆ ਵੀ ਕੈਨੇਡਾ ਵਿੱਚ ਜਾ ਕੇ ਪਤਾ ਨਹੀਂ ਆਹ ਹੋ ਜਾਣਾ, ਪਤਾ ਨਹੀਂ ਆਹ ਹੋ ਜਾਣਾ, ਪਰ ਉੱਥੋਂ ਇਹ ਗੱਲ ਲਈ ਪ੍ਰਪੇਅਰ ਹੋ ਕੇ ਤੁਰਨਾ ਚਾਹੀਦਾ ਵੀ ਇੱਥੇ ਆ ਕੇ ਕਿੰਨੀ ਸਟਰਗਲ ਕਰਨੀ ਪੈਣੀ ਆ ਜੀ। ਕਈ ਵਾਰੀ ਉਹ ਬੱਚਿਆਂ ਦੀ ਉਮਰ ਜਿਹੜੇ ਹਲੇ 12ਵੀਂ ਕਰਕੇ ਆ ਰਹੇ ਨੇ, ਦੱਸੋ ਯੰਗ ਇੰਨੇ ਛੋਟੇ 17-18 ਸਾਲ ਦੀ ਉਮਰ ਹੁੰਦੀ ਆ ਜੀ। ਹੁਣ 17-18 ਸਾਲ ਦੀ ਨੂੰ ਜਿਹੜੀ ਮਾਂ ਬਿਸਤਰੇ 'ਚ ਪਏ ਨੂੰ ਚਾਹ ਦਾ ਕੱਪ ਫੜਾਉਂਦੀ ਆ, ਜਦੋਂ ਇੱਥੇ ਆਣ ਕੇ ਉਹਨੂੰ ਉਹ ਚਾਹ ਵੀ ਆਪ ਪੀਣੀ ਪੈਣੀ ਆ, ਕੰਮ ਵੀ ਆਪ ਕਰਨਾ ਪੈਣਾ। ਔਰ ਮੈਂ ਅੱਗੇ ਵੀ ਇੱਕ ਇਹ ਗੱਲ ਕੀਤੀ ਸੀ, ਜਦੋਂ ਉੱਥੋਂ ਤੁਰਦੇ ਨਾ ਅਸੀਂ ਵੈਸੇ ਸੋਚ ਰਹੇ ਹਾਂ ਜੀ ਵੀ ਜੀ ਅਸੀਂ ਜਿਹੜਾ ਕੰਮ ਇੱਥੇ ਕਰ ਰਹੇ ਹਾਂ ਅਸੀਂ ਇਹਦੇ ਬਾਰੇ ਹੁਣ ਸੋਚ ਰਹੇ ਵੀ ਸਾਨੂੰ ਇਹਦੀ ਕਾਉਂਸਲਿੰਗ ਜਿਹੜੀ ਆ, ਜਿਹੜੀਆਂ ਇਹਦੀਆਂ ਸੈਮੀਨਾਰ ਵਗੈਰਾ ਇੰਡੀਆ 'ਚ ਕਰਨ ਦੀ ਬਹੁਤ ਜ਼ਰੂਰਤ ਆ। ਈਵਨ ਅਸੀਂ ਪੰਜਾਬ ਵਿੱਚ ਤੇ ਕਰ ਸਕੇ ਜੇ ਅਸੀਂ ਪੰਜਾਬੀ ਆ ਤਾਂ ਜੀ। ਬਈ ਜਦੋਂ ਉੱਥੋਂ ਪੇਰੈਂਟਸ ਬੱਚਾ ਤੋਰਦੇ ਆ ਨਾ ਤੇ ਉਹਨਾਂ ਦੀ ਨਾਲ ਹੀ ਇੱਕ ਇੱਛਾ ਹੁੰਦੀ ਆ ਵੀ 6 ਮਹੀਨਿਆਂ ਦੇ ਵਿੱਚ ਅਸੀਂ ਤੇਰੇ ਕੋਲ ਆ ਜਾਣਾ, ਬਸ ਜਾਂਦਾ ਹੀ ਸਾਡਾ ਕੰਮ ਕਰਦੇ ਹੀ। ਤੇ ਜਦੋਂ ਉਹ ਆਉਂਦੇ ਨੇ ਇੱਥੇ ਫਿਰ ਜਿਹੜੇ ਬੱਚੇ ਹੁੰਦੇ ਇੱਥੇ ਜੀ ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਮਾਂ ਪਿਓ ਨੇ ਸਾਡੇ ਲਈ ਕਿੰਨਾ ਕੁਛ ਕੀਤਾ ਵਾ। ਜਿਹੜਾ ਕ੍ਰੈਡਿਟ ਕਾਰਡ 6 ਮਹੀਨਿਆਂ 'ਚ ਬਣਾਇਆ ਹੁੰਦਾ ਵਾ ਉਹਦੇ ਤੇ 2-2 3-3 ਹਜ਼ਾਰ ਡਾਲਰ ਚੱਕ ਕੇ ਤੇ ਉਹ ਫਿਰ ਪੇਰੈਂਟਸ ਨੂੰ ਘੁਮਾਉਂਦੇ ਆ, ਫਰਾਉਂਦੇ ਆ, ਉਹਨਾਂ ਨੂੰ ਆਪਣਾ ਹੌਲੀਡੇ ਕਰਾਉਂਦੇ ਆ। ਤੇ ਜਦੋਂ ਫਿਰ 6 ਮਹੀਨਿਆਂ ਬਾਅਦ 4 ਮਹੀਨਿਆਂ ਬਾਅਦ ਜਾਂਦੇ ਮੁੜ ਕੇ, ਹੁਣ ਜਿਹੜੇ ਬੱਚੇ ਨੇ ਉਹ ਫਿਰ ਕ੍ਰੈਡਿਟ ਕਾਰਡ ਤੋਂ ਪੈਸੇ ਲਾਉਣੇ ਆ, ਉਹ ਤਾਂ ਫਿਰ ਉਹਨੂੰ ਪਤਾ ਵੀ ਮੈਂ ਕਿਵੇਂ ਲਾਉਣੇ ਆ। ਬਿਲਕੁਲ। ਹੁਣ ਉਹਨੇ ਫੀਸ ਵੀ ਦੇਣੀ ਆ, ਉਹਨੇ ਬੇਸਮੈਂਟ ਦਾ ਕਿਰਾਇਆ ਵੀ ਦੇਣਾ, ਉਹਨੇ ਆਪਣਾ ਫੀਸਾਂ ਦੇ ਕੇ ਤਾਂ ਆਪਣਾ ਜਿਹੜਾ ਉਹ ਕਰਜ਼ਾ ਉਹ ਵੀ ਲਾਉਣਾ ਵਾ। ਫਿਰ ਪਿੱਛੇ ਜਿਹੜਾ ਕਰਜ਼ਾ ਚੱਕ ਕੇ ਆਏ ਹੁੰਦੇ ਆ ਉਹਦਾ ਵੀ ਫਿਕਰ ਵਾ, ਰਾਈਟ। ਸੋ ਇਹ ਸਾਰਾ ਕੁਛ ਜਿਹੜਾ ਵਾ ਪੇਰੈਂਟਸ ਨੂੰ ਜਦੋਂ ਆਪਾਂ ਬੱਚਿਆਂ ਨੂੰ ਭੇਜਦੇ ਆ ਇਹ ਸਾਰੀ ਨੌਲੇਜ ਹੋਣੀ ਚਾਹੀਦੀ ਆ। ਏਡੇ ਸੁਪਨੇ ਸਜਾ ਕੇ ਨਿਆਣਿਆਂ ਨੂੰ ਨਹੀਂ ਭੇਜਣਾ ਚਾਹੀਦਾ ਕਿ ਉਹ ਇੱਥੇ ਆਉਂਦੇ ਉਹ ਸੁਪਨਿਆਂ ਨੂੰ ਸੋਚ ਕੇ ਹੀ ਸਟ੍ਰੈਸ ਆਊਟ ਹੋ ਜਾਣ ਜੀ। ਔਰ ਜਿਹੜੀ ਮੈਂ ਤੁਹਾਨੂੰ ਇਹ ਰੇਸ਼ੋ ਦੱਸੀ ਆ, ਜਦੋਂ ਸਾਡੇ ਨਾਲ ਬੱਚੇ ਗੱਲ ਕਰਦੇ ਆਣ ਕੇ, ਬਹੁਤ ਸਾਰੇ ਬੱਚੇ ਇਹੋ ਜਿਹੇ ਆ ਜਿਹੜੇ ਐਂਗਜ਼ਾਇਟੀ ਦਾ ਸ਼ਿਕਾਰ ਹੋਏ ਹੋਏ ਆ, ਜਿਹੜੇ ਸਟ੍ਰੈਸ ਦੇ ਵਿੱਚ ਗਏ ਹੋਏ ਆ। ਔਰ ਸਟ੍ਰੈਸ ਦੇ ਵਿੱਚ ਤੇ ਐਂਗਜ਼ਾਇਟੀ ਵਿੱਚ ਜਦੋਂ ਜਾਂਦੇ ਆ ਉਦੋਂ ਉਹਨਾਂ ਨੂੰ ਜਿਹੜਾ ਬੰਦਾ ਜਿਹੜੇ ਪਾਸੇ ਮਰਜ਼ੀ ਲਾ ਲੈ ਜੀ। ਜਿਵੇਂ ਆਪਣਾ ਖੋਸਾ ਸਾਹਿਬ ਨੇ ਦੱਸਿਆ ਵੀ ਉਹ ਤੇ ਰੋਡ ਤੇ ਫਿਰਦੇ ਆ, ਲੱਭਦੇ ਬੰਦਿਆਂ ਨੂੰ, ਪਹਿਲਾਂ ਫ੍ਰੀ ਦੇਣ ਲਈ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਪੈਸਿਆਂ ਤੇ ਦੇਣ ਲਈ ਜੀ। ਜੈ ਖੋਸਾ ਜੀ, ਤੁਸੀਂ ਆਪਾਂ ਜਿਹੜੀ ਬ੍ਰੇਕ ਦੌਰਾਨ ਗੱਲ ਕਰ ਰਹੇ ਸੀ, ਤੁਸੀਂ ਕੁਝ ਆਫਰ ਜਿਹੜੀਆਂ ਗੱਲਾਂ ਦੱਸੀਆਂ ਉਹ ਜ਼ਰੂਰ ਸਾਂਝੀਆਂ ਕਰੋ, ਕਿਉਂਕਿ ਬੜਾ ਇੰਪੋਰਟੈਂਟ ਹੈ। ਕਈ ਵਾਰੀ ਕਈ ਵਿਅਕਤੀ ਇਹ ਸੋਚਦੇ ਨੇ ਕਿ ਅੱਛਾ ਜੇ ਪੈਸੇ ਇੱਦਾਂ ਬਣਦੇ ਨੇ ਡਰੱਗ ਦੇ ਵਿੱਚ, ਡਰੱਗ ਪੈਡਲਿੰਗ ਕਰਕੇ ਮੈਂ ਆਪ ਨਹੀਂ ਕੰਜ਼ਿਊਮ ਕਰੂੰਗਾ, ਪਰ ਮੈਂ ਠੀਕ ਆ ਇੱਦਾਂ ਪੈਸੇ ਕਮਾ ਲਈ ਕਿਉਂਕਿ ਪੈਸਿਆਂ ਦੀ ਲੋੜ ਆ। ਪਰ ਡਰੱਗ ਪੈਡਲਿੰਗ ਜਿੱਥੇ ਕਾਨੂੰਨ ਦੇ ਸ਼ਿਕੰਜੇ ਦੇ ਵਿੱਚ ਬੰਦੇ ਨੂੰ ਘੇਰ ਸਕਦੀ ਆ, ਉਹ ਡਰੱਗ ਪੈਡਲਰ ਵਾਸਤੇ ਵੀ ਜਾਨਲੇਵਾ ਸਿੱਧ ਹੋ ਸਕਦੀ ਹੈ। ਉਹਦੇ ਬਾਰੇ ਦੱਸਿਓ ਜੀ। ਵਿਜੇ ਹੋਈਆਂ ਇਹੋ ਜਿਹੀਆਂ ਘਟਨਾਵਾਂ, ਕਿਉਂਕਿ ਇਹ ਜਿਹੜੀਆਂ ਡਰੱਗਸ ਕਿਤੇ ਕਹਿ ਲਓ ਕਿ ਫੈਕਟਰੀ 'ਚ ਮੈਨੂਫੈਕਚਰ ਨਹੀਂ ਹੁੰਦੀਆਂ, ਇਹ ਕਈ ਵਾਰੀ ਘਰਾਂ 'ਚ ਕੀਤੀਆਂ ਜਾਂਦੀਆਂ। ਸੋ ਇਹ ਇੰਨੀਆਂ ਖਤਰਨਾਕ ਹੈ। ਜਿਵੇਂ ਫੈਂਟਨਲ ਦੀ ਜਿਹੜੀ ਉਹਦੀ ਹੈਗੀ ਰੇਸ਼ੋ ਹੈਗੀ ਆ, ਉਹ ਮਿਕਸਿੰਗ ਕਿਵੇਂ ਕਰਦੇ ਆ ਕਿਵੇਂ ਨਹੀਂ ਕਰਦੇ, ਯੂ ਡੋਂਟ ਨੋ। ਸੋ ਜਿਹਨੇ ਤੁਹਾਨੂੰ ਫੜਾਉਣੀ ਹੈ ਡਰੱਗ ਵੇਚਣ ਨੂੰ, ਉਹਨੇ ਤੁਹਾਨੂੰ ਪ੍ਰੋਪਰਲੀ ਦੱਸਣਾ ਨਹੀਂ ਕੁਛ। ਸੋ ਕਈ ਵਾਰੀ ਇਹ ਹੋਇਆ ਕਿ ਵੇਚਣ ਵਾਲੇ ਓਵਰਡੋਜ਼ ਹੋ ਜਾਂਦੇ ਆ। ਔਰ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਜੋ ਹੁਣ ਅਫੀਮ ਦੀ ਗੱਲ ਲਾ ਲਓ, ਕਾਫੀ ਮਸ਼ਹੂਰ ਹੁੰਦੀ ਕਿ ਚਲੋ ਜੀ ਬੰਦਾ ਅਫੀਮ ਖਾ ਲੈਂਦਾ, ਇਹ ਆਮ ਚਰਚਾ ਚੱਲਦੀ ਹੈ ਆਪਣੀ ਕਮਿਊਨਿਟੀ 'ਚ। ਪਰ ਇਹ ਨਹੀਂ ਪਤਾ ਕਿ ਅਫੀਮ ਦੇ ਵਿੱਚ ਵੀ ਫੈਂਟਨਲ ਜਿਹੜੀ ਹੈਗੀ ਆ ਰਹੀ ਹੈ ਜੀ। ਸੋ ਇਹ ਬਹੁਤ ਜਿਹੜੇ ਯੂਜ਼ ਕਰਨ ਵਾਲੇ ਉਹ ਵੀ ਧਿਆਨ ਰੱਖਣ, ਔਰ ਜਿਹੜੇ ਵੇਚਣਾ ਚਾਹੁੰਦੇ ਆ ਵੇਚ ਰਹੇ ਆ, ਦੇ ਨੀਡ ਟੂ ਅੰਡਰਸਟੈਂਡ ਦਿਸ ਇਜ਼ ਅ ਸੁਪਰ ਡੇਂਜਰਸ ਗੇਮ। ਸੋ ਕਈ ਵਾਰੀ ਜਿਹੜੇ ਵੀ ਪਾਊਚ ਵਗੈਰਾ ਦੇ ਵਿੱਚ ਡਰੱਗ ਹੈ, ਉਹਨੂੰ ਕਈ ਵਾਰ ਖੋਲ੍ਹਿਆ ਹੀ ਉਹ ਇੰਨੀ ਇੰਪੋਰਟੈਂਟ ਹੁੰਦੀ ਆ ਕਿ ਖੋਲ੍ਹਣਾ ਹੀ ਖਤਰਨਾਕ ਆ। ਖੋਲ੍ਹਣਾ ਉਹਦਾ ਤੁਹਾਡੇ ਕੰਟੈਕਟ ਦੇ ਵਿੱਚ ਆਉਣਾ। ਈਵਨ ਪੁਲਿਸ ਆਫਸਰ ਜਦੋਂ ਸਰਚ ਵਾਰੰਟ ਕਰਦੇ, ਸਾਨੂੰ ਵੀ ਪ੍ਰੋਟੈਕਟਿਵ ਗੀਅਰ ਪਾ ਕੇ ਕਈ ਵਾਰੀ ਜਾਣਾ ਪੈਂਦਾ, ਬਿਕਾਜ਼ ਦੀਸ ਥਿੰਗਸ ਆਰ ਵੈਰੀ ਡੇਂਜਰਸ।
ਜਿਹੜੀਆਂ ਲੈਬਸ ਹੁੰਦੀਆਂ ਜਿਵੇਂ ਬਣਾਈਆਂ ਹੁੰਦੀਆਂ ਘਰਾਂ ਦੇ ਵਿੱਚ, ਉਹ ਕਈ ਵਾਰੀ ਸਾਰਾ ਨੇਬਰਹੁੱਡ ਨੂੰ ਲੈ ਕੇ ਬਹਿ ਜਾਂਦੀਆਂ, ਲੇਕਿਨ ਇਸ ਤਰ੍ਹਾਂ ਦੀ ਇਹ ਇੰਨੀਆਂ ਜ਼ਿਆਦਾ ਖਤਰਨਾਕ ਹੁੰਦੀਆਂ। ਸੋ ਵੇਚਣਾ ਜਾਂ ਯੂਜ਼ ਕਰਨਾ, ਅੱਜ ਕੱਲ੍ਹ ਡਰੱਗਸ ਤੋਂ ਪਾਸੇ ਰਹਿਣਾ ਚੰਗਾ। ਜਿਵੇਂ ਡਾਕਟਰ ਭੁੱਲ ਜੀ ਨੇ ਕਿਹਾ ਹੈਗਾ ਵੀ ਚੰਗੇ ਪਾਸੇ ਆਪਣੀ ਲਾਈਫ ਨੂੰ ਲਾਓ ਜੀ। ਔਰ ਜਿਹੜੀਆਂ ਗੱਲਾਂ ਗਿਆਨੀ ਜੀ ਨੇ ਕੀਤੀਆਂ ਬਹੁਤ ਵਧੀਆ, ਇਹਨਾਂ ਨੇ ਪੁਆਇੰਟ ਚੱਕੇ ਹੈਗੇ ਕਿ ਐਜੂਕੇਸ਼ਨ ਦੀ ਘਾਟ ਕਿੱਥੇ ਹੈ ਸਾਡੇ ਕੋਲੇ। ਪੰਜਾਬ ਦੇ ਵਿੱਚ ਗੱਲ ਹੀ ਨਹੀਂ ਹੁੰਦੀ ਇਸ ਬਾਰੇ ਜੀ, ਇੱਥੋਂ ਦਾ এনवायरमेंट ਕੀ ਹੈਗਾ, ਉੱਥੇ ਸਿਰਫ ਇਹ ਪਤਾ ਹੁੰਦਾ ਵੀ ਜਾਣਾ ਆ, ਚੱਕਾ ਚੌਂਦ ਪਤਾ ਸਿਰਫ। ਤੇ ਉਹ ਇੰਨਾ ਜ਼ਿਆਦਾ ਬਰਡਨ ਬਹੁਤ ਛੋਟੀ ਉਮਰ 'ਚ ਬੱਚਿਆਂ ਤੇ ਪਾ ਕੇ ਭੇਜ ਦਿੱਤਾ ਜਾਂਦਾ ਉਹਨਾਂ ਨੂੰ ਇੱਥੇ, ਚਾਹੇ ਵੈਲ ਇੰਟੈਂਡਡ ਹੋਵੇ, ਪਰ ਉਹਦੇ ਰਿਜ਼ਲਟ ਕੀ ਨਿਕਲ ਰਹੇ ਆ। ਔਰ ਦੂਸਰੀ ਗੱਲ ਕਿ ਹਰ ਇੱਕ ਰੇਡੀਓ ਸਟੇਸ਼ਨ 'ਤੇ ਆਪਾਂ ਗੱਲ ਕਰਦੇ ਪੰਜਾਬ ਦਾ ਸਾਨੂੰ ਬਹੁਤ ਫਿਕਰ ਆ, ਹਮੇਸ਼ਾ ਗੱਲ ਚੱਲਦੀ ਹੈ ਵੀ ਪੰਜਾਬ 'ਚ ਆਹ ਹੋਣਾ ਚਾਹੀਦਾ, ਪੰਜਾਬ 'ਚ ਆਹ ਹੋਣਾ ਚਾਹੀਦਾ, ਹੋਣਾ ਵੀ ਚਾਹੀਦਾ ਕਿ ਸਾਡੀਆਂ ਰੂਟਸ ਉੱਤੇ ਹੈਗੀਆਂ। ਪਰ ਜੋ ਪੰਜਾਬ ਦਾ ਨੌਜਵਾਨ ਇੱਥੇ ਆ ਰਿਹਾ, ਉਹਨੂੰ ਲੁੱਟ ਕੌਣ ਰਿਹਾ, ਇਹ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਵੀ ਕੌਣ ਉਹਨਾਂ ਨੂੰ ਐਕਸਪਲੋਇਟ ਕਰ ਰਿਹਾ, ਕਿੱਥੇ ਉਹ ਕੰਮ ਕਰ ਰਹੇ ਆ, ਕਿ $10 ਤੇ ਉਹਨਾਂ ਨੂੰ ਕੰਮ ਕਰਵਾਇਆ ਜਾਂਦਾ, ਸੈਕਸ਼ੂਅਲ ਐਕਸਪਲੋਇਟੇਸ਼ਨ ਹੁੰਦੀ ਹੈ, ਟਰਾਮਾ ਹੁੰਦਾ। ਔਰ ਕਿੱਥੇ ਚਲੀ ਗਈ ਸਾਡੀ ਕਮਿਊਨਿਟੀ ਵੀ, ਜੇ ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਹੈ ਹੁਣ ਵੀ ਬੇਸਮੈਂਟ ਦੀ ਚਾਬੀ ਤਾਂ ਦੇਤੀ, ਤੇ ਉਹ ਸਾਡਾ ਜਿਹੜਾ ਅੰਦਰੋਂ ਭਾਈਚਾਰਕ ਸਾਂਝ ਸੀ ਸਾਡੀ ਕਿੱਥੇ ਚਲੀ ਗਈ, ਕਿ ਪਤਾ ਨਹੀਂ ਵੀ ਪਹਿਲੀ ਵਾਰੀ ਬੱਚਾ ਆ ਰਿਹਾ, ਉਹਦੀ ਹੈਲਪ ਕਰਨੀ ਸਾਡਾ ਫਰਜ਼ ਬਣਦਾ ਜੀ, ਕਿਉਂਕਿ ਇਹ ਦੋਨੇ ਧਿਰਾਂ ਜਦੋਂ ਇਕੱਠੀਆਂ ਆਉਣਗੀਆਂ ਨਾ, ਕਿਉਂਕਿ ਧਿਰ ਤਾਂ ਇੱਕ ਹੀ ਐਕਚੁਅਲੀ, ਸੋ ਆਪਾਂ ਵੀ ਕਿਸੇ ਟਾਈਮ ਤੇ ਨਵੇਂ ਸੀਗੇ, ਬਿਲਕੁਲ। ਸੋ ਵੀ ਹੈਵ ਟੂ ਅੰਡਰਸਟੈਂਡ ਦੈਟ ਐਂਡ ਵਰਕ ਟੁਗੇਦਰ ਔਨ ਦਿਸ। ਜੈ ਖੋਸਾ ਜੀ, ਗਿਆਨੀ ਨਰਿੰਦਰ ਸਿੰਘ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ। ਇਹ ਅਜਿਹੀ ਕਨਵਰਸੇਸ਼ਨਾਂ ਨੂੰ ਚੱਲਦਿਆਂ ਰੱਖਾਂਗੇ ਜੀ, ਕਿਉਂਕਿ ਇਹ ਬਹੁਤ ਮਸਲਾ ਹੋਰ ਜ਼ਿਆਦਾ ਗੰਭੀਰ ਤੋਂ ਹੋਰ ਗੰਭੀਰ ਹੁੰਦਾ ਜਾ ਰਿਹਾ। ਪਰ ਜਿਹੜੀਆਂ ਮੌਤਾਂ ਨੇ, ਓਵਰਆਲ ਜਿਹੜਾ ਲੈਵਲ ਆਫ ਸਟ੍ਰੈਸ ਹੈ, 2-3 ਸਾਲ ਹੋ ਗਏ ਦੇਖੋ ਇਹਦੇ ਬਾਰੇ ਗੱਲ ਕਰਦੇ ਹਾਂ, ਪਰ ਉਸ ਗੱਲ ਦਾ ਅਸਰ ਅਜੇ ਤੱਕ ਜਿਸ ਹਿਸਾਬ ਦਾ ਹੋਣਾ ਚਾਹੀਦਾ ਸੀ ਉਹ ਅਜੇ ਤੱਕ ਹੋ ਨਹੀਂ ਸਕਿਆ। ਮਤਲਬ ਅਸਲ ਦੇ ਵਿੱਚ ਤਾਂ ਇੱਦਾਂ ਹੁੰਦਾ ਕਿ ਗੁਰਦੁਆਰਾ ਸਾਹਿਬ ਵਰਗੀ ਸੰਸਥਾ ਨੂੰ ਇਸ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੀ ਲੋੜ ਨਾ ਪੈਂਦੀ ਕਿ ਮ੍ਰਿਤਕ ਦੇਹਾਂ ਨੂੰ ਵਾਪਸ ਭੇਜਣਾ, ਨੌਜਵਾਨ ਜਿਹੜੇ ਓਵਰਡੋਜ਼ ਕਰਕੇ ਮਾਰੇ ਗਏ ਉਹਨਾਂ ਨੂੰ ਮਦਦ ਮੁਹੱਈਆ ਕਰਵਾਉਣੀ। ਪਰ ਇਸ ਵੇਲੇ ਜਿਹੜੀ ਉਹ ਜ਼ਰੂਰਤ ਹੈਗੀ ਆ, ਇੱਕ ਉਹ ਜਿਹੜਾ ਗੈਪ ਹੈਗਾ ਜੀ, ਉਹਨੂੰ ਫਿਲ ਕਰਨ ਦੇ ਵਾਸਤੇ ਜਿਹੜਾ ਗੁਰਦੁਆਰਾ ਸਾਹਿਬ ਵੱਲੋਂ ਜੋ ਸੇਵਾ ਨਿਭਾਈ ਜਾ ਰਹੀ ਆ, ਉਹ ਬਹੁਤ ਇੱਕ ਇੰਪੋਰਟੈਂਟ ਮਹੱਤਵਪੂਰਨ ਪਹਿਲੂ ਆ। ਕਿਉਂਕਿ ਜੇ ਉਹ ਨਾ ਹੁੰਦਾ, ਪਤਾ ਨਹੀਂ ਹੋਰ ਕਿੰਨੀ ਗਿਣਤੀ ਦੇ ਵਿੱਚ ਅਜਿਹੇ ਨੌਜਵਾਨ ਹੋਣੇ ਸੀ ਜਿਹੜੇ ਹੋਰ ਸਟ੍ਰੈਸ ਦੀ ਚਪੇਟ ਵਿੱਚ ਆ ਜਾਂਦੇ। ਬਿਲਕੁਲ ਜੀ, ਮੈਂ ਇੱਕ ਗੱਲ ਵਿਜੇ ਜੀ ਇੱਥੇ ਜ਼ਰੂਰ ਕਹਿਣੀ ਚਾਹੁੰਦਾ ਵਾਂ, ਜਿਵੇਂ ਹੁਣੇ ਖੋਸਾ ਸਾਹਿਬ ਨੇ ਵੀ ਗੱਲ ਕੀਤੀ ਆ, ਐਟ ਲੀਸਟ ਆਪਣੇ ਇੱਕ ਇਹ ਕਹਿ ਲਓ ਆਪਣਾ ਕਲਚਰ ਸੀ, ਕਲਚਰ ਕਹਿ ਲਓ, ਜਾਂ ਆਪਣੀ ਇੱਕ ਬਹੁਤ ਵਧੀਆ ਸਾਡੇ ਬਜ਼ੁਰਗਾਂ ਨੇ ਸਾਨੂੰ ਇੱਕ ਚੀਜ਼ ਦਿੱਤੀ ਸੀ ਵੀ ਜਦੋਂ ਤੁਹਾਡੇ ਕੋਈ ਘਰ ਆਉਂਦਾ ਕੋਈ ਵੀ ਹੋਵੇ, ਉਹਨੂੰ ਐਟ ਲੀਸਟ ਚਾਹ ਪੀਤੇ ਤੋਂ ਬਿਨਾਂ ਨਾ ਜਾਣ ਦਿਓ ਜੀ, ਉਹਨੂੰ ਪਾਣੀ ਤੇ ਪੁੱਛ ਲਓ ਜੀ, ਰਾਈਟ। ਪਰ ਜੇ ਮੰਨ ਲਓ ਕੋਈ ਨਵਾਂ ਸਟੂਡੈਂਟ ਆ, ਅਸੀਂ ਵੈਸੇ ਅਸੀਂ ਤਾਂ ਜਿਹੜਾ ਕੁਛ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕਿਉਂਕਿ ਏਅਰਪੋਰਟ ਤੋਂ ਉਤਰ ਕੇ ਸਿੱਧੇ ਤਾਂ ਫੂਡ ਬੈਂਕ 'ਚ ਜਾਂਦੇ ਨਹੀਂ ਬਿਸਤਰਾ ਲੈਣ ਲਈ ਜੀ, ਰਾਈਟ, ਅਤੇ ਸਿੱਧੇ ਤੇ ਜਾਂਦੇ ਨੇ ਵੀ ਸਾਡੇ ਕੋਲ ਕੌਲੀ ਚਮਚਾ ਹੈ ਨਹੀਂ। ਪਰ ਜਦੋਂ ਕਿਸੇ ਦੀ ਬੇਸਮੈਂਟ ਦੇ ਆਪਾਂ ਨੂੰ ਪਤਾ ਵੀ ਨਿਆਣੇ ਜਿਹੜੇ ਆ ਨਵੇਂ ਆਏ ਆ, ਅੱਜ ਹੀ ਉਤਰੇ ਆ, ਐਟ ਲੀਸਟ ਸਾਡਾ ਇੰਨਾ ਕੁ ਫਰਜ਼ ਬਣਦਾ ਬਈ ਉਹਨੂੰ ਆਉਂਦੇ। ਮੈਨੂੰ ਲੱਗਦਾ ਵੀ ਹਰੇਕ ਘਰ ਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਕੁ ਭਾਂਡੇ ਜਿਹੜੇ ਆ ਉਹ ਅੰਦਰ ਕਬੜਾਂ ਦੇ ਵਿੱਚ ਹੁਬੜੇ ਪਏ ਆ, ਉਹਨਾਂ ਨੂੰ ਪਤਾ ਹੀ ਨਹੀਂ ਘਰਦਿਆਂ ਨੂੰ ਵੀ ਕਿੱਥੇ ਪਏ ਆ, ਵਰਤੇ ਵੀ ਨਹੀਂ ਜਾਂਦੇ, ਵੀ ਹੈਗੇ ਵੀ ਆ ਕਿ ਨਹੀਂ। ਉਹ ਜਦੋਂ ਕਿਤੇ ਮੂਵ ਹੋਣਾ ਵਾ ਉਦੋਂ ਪਤਾ ਲੱਗਣਾ ਵੀ ਆ ਸਾਡੇ ਅੰਦਰ ਸਮਾਨ ਪਿਆ ਵਾ, ਪਤਾ ਹੀ ਨਹੀਂ ਉਹਦਾ। ਤੇ ਜੇ ਮੰਨ ਲਓ ਕੋਈ ਇਹੋ ਜਿਹਾ ਆ ਰਿਹਾ ਵਾ ਤੇ ਆਪਾਂ ਥੋੜ੍ਹਾ ਜਿਹਾ ਫਰਾਕ ਦੇ ਲਈ ਦਿਖਾਈਏ, ਜਿਨ੍ਹਾਂ ਨਿਆਣਿਆਂ ਦੇ ਆਪਾਂ ਤੜਫਦੇ ਰਹੇ ਹਾਂ, ਪੰਜਾਬ ਮਰ ਗਿਆ, ਪੰਜਾਬ ਲੁੱਟ ਹੋ ਗਿਆ, ਪੰਜਾਬ ਆਹ ਹੋ ਗਿਆ, ਪੰਜਾਬ ਤਬਾਹ ਹੋ ਗਿਆ, ਪੰਜਾਬ ਦੀ ਜਵਾਨੀ ਬਚਾਈਏ। ਅੱਜ ਉਹ ਪੰਜਾਬ ਜਦੋਂ ਇੱਥੇ ਆਉਂਦਾ ਵਾ, ਆਪਾਂ ਸਿਰਫ ਇੰਨਾ ਕੁ ਅਹਿਸਾਸ ਕਰ ਲਈਏ ਵੀ ਇਹ ਵੀ ਸਾਡੇ ਨਿਆਣਿਆਂ ਵਰਗੇ ਹੀ ਆ। ਕਿਸੇ ਆਏ ਨੂੰ ਚਾਹ ਦਾ ਕੱਪ ਪੁੱਛ ਲਈਏ, ਕਿਸੇ ਆਏ ਨੂੰ ਇਹ ਪੁੱਛ ਲਈਏ ਵੀ ਤੇਰੇ ਕੋਲ ਸੌਣ ਲਈ ਰਾਤ ਨੂੰ ਬਿਸਤਰਾ ਹੈਗਾ ਵਾ। ਸਾਡੇ ਘਰਾਂ ਦੇ ਵਿੱਚ ਕਿੰਨੇ ਕਿੰਨੇ ਕੱਪੜੇ ਜਿਹੜੇ ਆ, ਕਿੰਨੇ ਕਿੰਨੇ ਬਿਸਤਰੇ ਜਿਹੜੇ ਉੱਦੇ ਰੁਲਦੇ ਪਏ ਹੁੰਦੇ ਆ ਜੀ, ਰਾਈਟ। ਪਰ ਇਹ ਬਹੁਤ ਜ਼ਰੂਰੀ ਆ ਸਾਨੂੰ ਇੱਥੇ ਆ ਕੇ, ਹੋ ਸਕਦਾ ਅਸੀਂ ਬਹੁਤ ਸਾਰੇ ਲੋਕ ਜਿਹੜੇ ਆ ਇਨਸਾਨੀਅਤ ਚੇਤੇ ਰੱਖੀਏ। ਕੈਨੇਡਾ ਸਾਨੂੰ ਬਹੁਤ ਕੁਛ ਦਿੱਤਾ, ਪਰ ਉਸ ਬਹੁਤ ਕੁਛ ਦੇ ਨਾਲ ਆਪਾਂ ਇਨਸਾਨੀਅਤ ਨਾ ਭੁੱਲੀਏ, ਕਿਸੇ ਦੀ ਮਿਹਨਤ ਪੂਰੀ ਦਈਏ ਜੀ, ਇਹ ਬਹੁਤ ਜ਼ਰੂਰੀ ਹੈ ਜੀ। ਬਹੁਤ ਬਹੁਤ ਧੰਨਵਾਦ, ਧੰਨਵਾਦ। ਇੰਪੋਰਟੈਂਟ ਗੱਲਾਂ ਨੇ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੈ ਖੋਸਾ ਜੀ, ਥੈਂਕ ਯੂ ਸੋ ਮਚ, ਥੈਂਕ ਯੂ।